ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ, ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ 1706 ਈਸਵੀ ਦੇ ਵਿੱਚ ਸੱਚੀ ਸਰਕਾਰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ, ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ ਮਾਈ ਦੇਸਾਂ ਦੇ ਪ੍ਰੇਮਾ ਭਗਤੀ ਸਦਕਾ, ਪਿਆਰ ਸਦਕਾ ਆ ਕੇ ਉਹਦੇ ਘਰ ਠਹਿਰੇ। 9 ਦਿਨ ਭਾਗ ਲਾਏ। ਇਲਾਕੇ ਦੀਆਂ ਸੰਗਤਾਂ ਵੀ ਆ ਕੇ ਮਿਲਦੀਆਂ। ਉਹਨਾਂ ਟਾਈਮਾਂ ਦੇ ਵਿੱਚ ਸਤਿਗੁਰਾਂ ਨੇ ਬ੍ਰਹਮ ਗਿਆਨ ਦੀਆਂ ਜੋ ਦਾਤਾਂ ਮਾਤਾ ਦੇਸਾਂ ਦੀ ਝੋਲੀ ਪਾਈਆਂ, ਜੋ ਦ੍ਰਿਸ਼ਟੀ ਮਾਂ ਦੇਸਾਂ ਨੂੰ ਬਖਸ਼ਿਸ਼ ਕੀਤੀ, ਤੇ ਇਹਨਾਂ 50 ਸਾਲਾਂ ਦੀ ਸੇਵਾ ਦੌਰਾਨ ਉਹ ਮਾਤਾ ਨੇ ਸਾਡੀ ਝੋਲੀ ਪਾਈ, ਸਿਰ ਤੇ ਹੱਥ ਰੱਖਿਆ, ਘਰ ਤੇ ਪੁਰਖ ਦਾ ਮਿਲਾਪ ਕਰਾਇਆ, ਕਿਰਪਾ ਦ੍ਰਿਸ਼ਟੀ ਬਣਾਈ, ਔਰ ਹੁਣ ਸੇਵਾ ਕਰਨ ਦਾ ਸੁਭਾਗ ਬਖਸ਼ਿਆ ਹੈ ਕਿ ਜੋ ਹੀਰੇ ਮੋਤੀ, ਜੋ ਜਵਾਹਰਾਤ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਜਾਗਤ ਜੋਤ ਦੇ ਵਿੱਚੋਂ ਇਕੱਤਰ ਕੀਤੇ ਨੇ, ਉਹ ਸੰਗਤਾਂ ਦੀ ਝੋਲੀ ਵਿੱਚ ਹੂਬਹੂ ਉਸੇ ਤਰ੍ਹਾਂ ਪਾਓ ਜਿਸ ਤਰ੍ਹਾਂ ਸਤਿਗੁਰਾਂ ਦਾ ਹੁਕਮ ਹੈ। ਕੋਲੋਂ ਕੋਈ ਗੱਲਾਂ ਵਿੱਚ ਨਹੀਂ ਲਿਆਉਣੀਆਂ। ਉਹ ਜੋ ਲਿਖਿਆ, ਜੋ ਸੂਤਰ ਨੇ, ਕਿਸ ਨੂੰ ਗੁਰੂ ਸਾਹਿਬ ਧਰਮ ਕਹਿੰਦੇ ਨੇ, ਕਿਹਨੂੰ ਬੁੱਝਣ ਨੂੰ ਕਹਿੰਦੇ ਨੇ, ਕੀ ਹੁਕਮ ਆ, ਕਿਰਿਆ ਕੀ ਕਰਨੀ ਆ, ਸਾਡਾ ਆਤਮਿਕ ਗੁਰੂ ਕੌਣ ਆ, ਜਿਹੜਾ ਸਾਡੇ ਅੰਗ ਸੰਗ ਆ ਸਦਾ ਹੀ, ਅਸੀਂ ਕਿਵੇਂ ਰਹੀਏ ਫਿਰ ਵੀ ਸਾਡੇ ਅੰਗ ਸੰਗ ਆ, ਕਿਵੇਂ ਇਹ ਦਰਬਾਰ ਗੁਰੂ ਨਾਨਕ ਦਾ ਇਨਸਾਨੀਅਤ ਦਾ ਧਰਮ ਹੈ, ਕਿਵੇਂ ਸਭੇ ਸਾਂਝੀ ਵਾਲ ਸਦੈਣ ਕੋਈ ਨਾ ਦੱਸੇ ਵਾਰਾ ਜੀਓ। ਪੂਰੀ ਦੁਨੀਆ ਦੇ ਲੋਕ, ਖੰਡਾਂ ਬ੍ਰਹਮੰਡਾਂ ਦੇ ਲੋਕ, ਉਹ ਕਰਤੇ ਦੀ ਕਿਰਤ ਨੇ ਤੇ ਸਭਨਾਂ ਲਈ ਇਹ ਸੂਤਰ ਸਾਂਝੇ ਨੇ। ਕੋਈ ਵੀ ਮੰਨ ਕੇ ਧਰ ਸਕਦਾ, ਜੀਵਨ ਮੁਕਤੀ ਪਾ ਸਕਦਾ। ਆਓ ਆਪਾਂ ਰਲ ਮਿਲ ਕੇ ਅੰਮ੍ਰਿਤ ਰਸ ਦੇ ਘੁੱਟ ਭਰੀਏ, ਚੁਗੀਆਂ ਲਾਈਏ। ਜੋ ਦਾਤਾਂ, ਜੋ ਦ੍ਰਿਸ਼ਟੀ ਦਸ਼ਮੇਸ਼ ਪਿਤਾ ਨੇ ਬਖਸ਼ਿਸ਼ ਕੀਤੀ ਆ, ਉਹ ਦ੍ਰਿਸ਼ਟੀ ਨੂੰ ਤੁਹਾਡੇ ਸਾਹਮਣੇ ਰੱਖਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਆਪਾਂ ਰੋਜ਼ਾਨਾ ਸਾਂਝ ਪਾਉਂਦੇ ਹਾਂ। ਅੱਜ 5ਵੇਂ ਪਾਤਸ਼ਾਹ ਆਪਾਂ ਨੂੰ ਕੀ ਝੋਲੀ ਪਾਉਂਦੇ ਨੇ, ਆਓ ਵਿਚਾਰਾਂ ਕਰਦੇ ਹਾਂ। ਧਨਾਸਰੀ ਮਹੱਲਾ 5ਵਾਂ। ਪਾਣੀ ਪੱਖਾ ਪੀਛੋਂ ਸੰਤ ਆਗੈ, ਗੁਣ ਗੋਬਿੰਦ ਜਸ ਗਾਈ, ਸਾਸ ਸਾਸ ਮਨ ਨਾਮ ਸੰਭਾਰੈ, ਇਹ ਵਿਸਰਾਮ ਨਿਧ ਪਾਈ। ਕਿਆ ਕਹਿੰਦੇ ਨੇ ਸਤਿਗੁਰੂ? ਅਸੀਂ ਜਾਣ ਲਈਏ ਇਸ ਗੱਲ ਨੂੰ ਤਾਂ ਕਿ ਸਾਡੇ ਸਮਝ ਆ ਜਾਵੇ। ਆਪਣੇ ਸਾਰਿਆਂ ਦੇ ਘਰਾਂ 'ਚ ਹੀ ਬੱਚੇ ਹੁੰਦੇ ਨੇ, ਆਪਾਂ ਉਹਨਾਂ ਨੂੰ ਸਿੱਖਿਆ ਦੇਣੀ ਚਾਹੁੰਦੇ ਹਾਂ ਤਾਂ ਕਿ ਉਹ ਸੰਸਾਰ ਦੇ ਵਿੱਚ ਕੁਛ ਸਿੱਖ ਸਕਣ, ਸਿੱਖ ਕੇ ਚੰਗੇ ਅਹੁਦਿਆਂ 'ਤੇ ਜਾਣ, ਚੰਗੀਆਂ ਕਮਾਈਆਂ ਕਰਨ, ਚੰਗੇ ਇਨਸਾਨ ਬਣਨ, ਉਹਨਾਂ 'ਚ ਗੁਣ ਆਉਣ। ਗੁਣ ਕਿੱਥੋਂ ਸਿੱਖੇ ਜਾਂਦੇ ਆ? ਜਿਹੜੇ ਸਾਡੇ ਸਕੂਲ ਨੇ, ਕਾਲਜ ਨੇ, ਇੰਸਟੀਚਿਊਟ ਨੇ, ਉੱਥੇ ਅਸੀਂ ਭੇਜਦੇ ਹਾਂ। ਅਤੇ ਸਾਡੇ ਸਮਿਆਂ 'ਚ ਪਹਿਲਾਂ ਕੀ ਹੁੰਦਾ ਸੀ, ਆਂਗਣਵਾੜੀ ਹੁੰਦੀ, ਉਹਦੇ ਵਿੱਚ ਬੱਚੇ ਨੂੰ ਭੇਜਿਆ ਜਾਂਦਾ। ਉੱਥੇ ਕੁਛ ਨਹੀਂ ਸੀ ਪੜ੍ਹਾਉਂਦੇ, ਸਿਰਫ ਖਾਣ ਪੀਣ ਦੀਆਂ ਚੀਜ਼ਾਂ ਦੇਤੀਆਂ, ਦਲੀਆ ਦੇਤਾ, ਕੁਛ ਹੋਰ ਦੇਤਾ। ਫਿਰ 10-20 ਮਿੰਟਾਂ ਕੁ ਲਈ ਬੱਚੇ ਐਂ ਬੈਠੀ ਦਾ, ਇਸ ਤਰ੍ਹਾਂ ਚੌਂਕੜੀ ਲਗਾਓ, ਇਸ ਤਰ੍ਹਾਂ ਲਾਈਨ ਬੰਨ੍ਹ ਕੇ ਬੈਠੋ, ਇਸ ਤਰ੍ਹਾਂ ਬੋਲੋ, ਆਹ ਗੀਤ ਗਾਓ ਨਿੱਕਾ ਜਿਹਾ, ਕੋਈ ਨਿੱਕੀਆਂ ਨਿੱਕੀਆਂ ਗੱਲਾਂ। ਫਿਰ ਜੋ ਦੇਖਿਆ 20-25 ਮਿੰਟ ਹੋ ਗਏ ਅਤੇ ਬੱਚੇ ਹੁਣ ਉਕਤਾਹਟ ਨਾ ਬਣ ਜਾਣ, ਫਿਰ ਟੌਫੀਆਂ ਖਾਣ ਨੂੰ ਦੇਤੀਆਂ, ਕੁਛ ਹੋਰ ਦੇਤਾ, ਦਲੀਆ ਦੁੱਧ ਦੇਤਾ। ਜਾਣੀ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿਹੜੇ ਵੇਲੇ ਉਹ ਪੰਥੀ ਮਾਰਨ ਸਿੱਖ ਗਿਆ, ਕਦੋਂ ਉਹ ਸਿੱਧੀ ਲਾਈਨ 'ਚ ਬਹਿਣਾ ਸਿੱਖ ਗਿਆ, ਕਿਵੇਂ ਉਹ ਮਾਸਟਰ ਦੇ ਆਇਆ ਖੜ੍ਹਾ ਹੋਣ ਸਿੱਖ ਗਿਆ, ਸਤਿਕਾਰ ਕਰਨ ਸਿੱਖ ਗਿਆ। ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੀਆਂ ਨਿੱਕੀਆਂ ਬਾਤਾਂ ਨਾਲ ਹੀ ਸਮਝਾ ਦਿੱਤੀਆਂ ਜਾਂਦੀਆਂ ਸੀ। ਫਿਰ ਸਕੂਲ ਪਹਿਲੀ ਕਲਾਸ, ਉੱਥੇ ਜਾਂਦੇ ਤਾਂ ਉੱਥੇ ਫਿਰ ਇੱਕ ਕਾਇਦਾ ਦਿੱਤਾ ਜਾਂਦਾ, ਉਹਦੇ 'ਚ ਊੜਾ ਉੱਠ ਆੜਾ ਅੰਬੀੜੀ ਇੰਜਨ ਇਸ ਤਰ੍ਹਾਂ ਸਿਖਾਇਆ ਜਾਂਦਾ। ਅਤੇ ਜਿੱਦੇ ਊੜਾ ਆੜਾ ਸਿੱਖ ਜਾਂਦਾ, ਉਹ ਉੱਠ ਆਮ ਇੰਜਨ ਆਪੇ ਪਾਸੇ ਰਹਿ ਜਾਂਦੀ। ਜਾਣੀ ਸਟੈਪ ਦਰ ਸਟੈਪ ਅਸੀਂ ਅੱਗੇ ਵੱਧਦੇ ਹਾਂ। ਇਵੇਂ ਜਿਵੇਂ ਅਧਿਆਤਮਿਕ ਦਾ ਸਕੂਲ ਹੈ, ਅਧਿਆਤਮਿਕ ਦੇ ਵਿੱਚ ਜਿਹਨੇ ਖੁਦ ਜਾਣਿਆ, ਜਿਹੜਾ ਜਾਗ ਚੁੱਕਿਆ, ਜਿਹੜਾ ਜਾਗਿਆ ਹੋਇਆ ਪੁਰਸ਼ ਹੈ, ਜਿਹੜਾ ਸੱਚ ਦਾ ਕੇਂਦਰ ਆ, ਜਾਗੇ ਹੋਏ ਦੇ ਕੋਲੇ ਜਦੋਂ ਕੋਈ ਜਾਗਦਾ ਜਾਂਦਾ, ਉਹ ਪ੍ਰਕਾਸ਼ 'ਚ ਚਲਿਆ ਜਾਂਦਾ, ਵਿਸਰਾਮ 'ਚ ਚਲਿਆ ਜਾਂਦਾ। ਉਹਨੂੰ ਕੁਛ ਟਾਈਮ ਲਈ ਮਹਿਸੂਸ ਹੁੰਦਾ ਕਿ ਇੱਥੇ ਸ਼ਾਂਤੀ ਹੈ, ਸਕੂਨ ਹੈ,
ਚੜ੍ਹਦੀ ਕਲਾ। ਫਿਰ ਉਹ ਜੇ ਸੰਤਾਂ ਕੋਲ ਜਦੋਂ ਪਿਆਸ ਜਾਗਦੀ ਆ ਅੰਦਰ, ਜਗਿਆਸੂ ਆ ਜਿਹੜੇ ਪਹੁੰਚਦੇ ਆ, ਜਾਂਦੇ ਆ, ਤੇ ਸਤਿਗੁਰੂ ਉਦੋਂ ਦਾ ਹੀ ਵਰਣਨ ਕਰ ਰਹੇ ਆ ਕਿ ਅਸੀਂ ਕਿਸ ਤਰ੍ਹਾਂ ਕਰਨਾ। ਪਾਣੀ ਪੱਖਾ ਪੀਸੋਂ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਜਿੱਥੇ ਉਹਦਾ ਜਸ ਗਾਇਆ ਜਾ ਰਿਹਾ ਕਰਤੇ ਦਾ, ਕਿ ਉਹ ਇੱਕ ਹੈ, ਉਹ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਸਰਬ ਸ਼ਕਤੀਮਾਨ ਹੈ, ਸਭਨਾਂ ਦਾ ਮਾਲਕ ਏਕ ਆ ਸਾਡਾ। ਜਿੱਥੇ ਸਿਖਾਇਆ ਜਾ ਰਿਹਾ ਕਿ ਅਸੀਂ ਇੱਕੋ ਹਾਂ, ਇੱਕੋ ਹੀ ਖੂਨ ਆ, ਇੱਕੋ ਹੀ ਜੋਤ ਹੈ, ਉੱਥੇ ਫਿਰ ਅਸੀਂ ਜਾਂਦੇ ਹਾਂ ਤੇ ਜਾ ਕੇ ਕਰੀਏ ਕਿ ਜਿਹੜਾ ਇਹ ਗੱਲਾਂ ਦੱਸ ਰਿਹਾ, ਸਮਝਾ ਰਿਹਾ, ਜਿਹੜਾ ਸੰਤ ਹੈ, ਉਹਦੇ ਅੱਗੇ ਜਾ ਕੇ ਪਹਿਲਾਂ ਉੱਥੇ ਕੀ ਹੁੰਦਾ ਸੀ, ਅੱਗੇ ਆਟੇ ਦੀ ਸੇਵਾ ਹੁੰਦੀ। ਪਹਿਲਾਂ ਆਟਾ ਚੱਕੀਆਂ ਨਾਲ ਪੀਸਿਆ ਜਾਂਦਾ, ਜਿਵੇਂ ਦਰਬਾਰ ਸਾਹਿਬ ਵੀ ਬਾਬਾ ਚੱਕੀਆਂ ਵਾਲੇ ਸੰਤ ਹੋਏ ਨੇ, ਉਹਨਾਂ ਦੇ ਡੇਰੇ 'ਚੋਂ ਆਟਾ ਪੀਹ ਕੇ ਦੇਗ ਲਈ ਜਾਂਦਾ, ਸ਼ਾਇਦ ਅੱਜ ਵੀ ਉੱਥੋਂ ਹੀ ਜਾਂਦਾ। ਇਹ ਸੇਵਾ ਕਰਨੀ ਜਾ ਕੇ ਉੱਥੇ ਜਿਹੜੀਆਂ ਲੋੜਾਂ, ਪਾਣੀ ਲਿਆ ਕੇ ਦੇਣਾ ਦੂਰ ਨੇੜਿਓਂ ਸੰਗਤ ਦੇ ਛਕਣ ਲਈ, ਸੰਗਤ ਦੇ ਇਸ਼ਨਾਨ ਲਈ, ਸੰਤਾਂ ਦੇ ਇਸ਼ਨਾਨ ਲਈ। ਫਿਰ ਕੋਲੇ ਖੜ੍ਹ ਕੇ ਪੱਖਾ ਕਰਨਾ, ਗਰਮੀ ਹੁੰਦੀ। ਅਸੀਂ ਨਿੱਕੇ ਹੁੰਦਿਆਂ ਦੇਖਿਆ ਦਰਬਾਰ ਸਾਹਿਬ 'ਚ ਕਿ ਹੱਥ ਵਾਲੇ ਪੱਖੇ ਹੁੰਦੇ, ਬਿਜਲੀ ਤਾਂ ਹੈ ਨਹੀਂ ਸੀ ਉਦੋਂ, ਫਿਰ ਕੁਛ ਲੋਕ ਉੱਠ ਕੇ ਲੱਗ ਜਾਂਦੇ ਐ ਹਵਾ ਦੇਣ। ਉਹ ਸੇਵਾ ਮੰਨੀ ਜਾਂਦੀ ਉਦੋਂ, ਪਾਣੀ ਲਿਆ ਕੇ ਭਰਨਾ, ਪੱਖਾ ਫੇਰਨਾ, ਆਟਾ ਪੀਸਣਾ। ਕਿਹਦੇ ਅੱਗੇ? ਉਹ ਸੰਤ ਦੇ ਅੱਗੇ ਜਿਹੜਾ ਸਾਰਿਆਂ ਨੂੰ ਸਮਝਾ ਰਿਹਾ, ਜਿਹੜਾ ਸਿਖਾ ਰਿਹਾ, ਜਿਹੜਾ ਉਸ ਟਾਈਮ ਗੁਰੂ ਆ, ਸਤਿਗੁਰੂ ਆ। ਪਾਣੀ ਪੱਖਾ ਪੀਸੋਂ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਤੇ ਉਹਨਾਂ ਦੇ ਨਾਲ ਰਲ ਕੇ ਮੈਂ ਵੀ ਗੁਣ ਗਾਵਾਂ, ਕਿਹਦੇ? ਗੋਬਿੰਦ ਦੇ। ਗੋਬਿੰਦ ਕੌਣ? ਗੋ ਇਹ ਧਰਤੀ ਬ੍ਰਹਮੰਡਾਂ ਨੂੰ ਪਾਲਣ ਵਾਲਾ, ਉਹ ਪਰਮ ਪਿਤਾ ਪਰਮਾਤਮਾ। ਉਹਦਾ ਜਸ ਗਾਇਆ ਜਾ ਰਿਹਾ, ਉਹਦੇ ਨਾਲ ਜੋੜਿਆ ਜਾ ਰਿਹਾ, ਉਹਨੂੰ ਪਾਉਣ ਦੇ ਤਰੀਕੇ ਦੱਸੇ ਜਾ ਰਹੇ ਆ ਕਿ ਤੇਰੇ ਇਸ ਪਿੰਡ ਦੇ ਵਿੱਚ ਹੀ ਸਾਰੇ ਕਨੈਕਸ਼ਨ ਨੇ। ਤੂੰ ਕਿਵੇਂ ਸਿੱਧਮ ਸਿੱਧਾ ਕਨੈਕਸ਼ਨ ਭਾਲ ਸਕਦਾ ਜਿੱਥੋਂ ਤੂੰ ਉਹਦੇ ਨਾਲ ਜੁੜ ਸਕੇ, ਅੰਮ੍ਰਿਤ ਰਸ ਮਾਣ ਸਕੇ। ਉਹ ਸਿਖਾਇਆ ਜਾਂਦਾ। ਜਿੱਥੇ ਕਿਵੇਂ ਸਿਖਾਇਆ ਜਾਂਦਾ? ਸਾਸ ਸਾਸ ਮਨ ਨਾਮ ਸੰਭਾਰੈ। ਪਹਿਲਾਂ ਤਾਂ ਪਤਾ ਹੀ ਨਹੀਂ। ਹੁਣ ਇੱਥੇ ਜਦੋਂ ਕਿਤੇ ਸੰਗਤ ਆਉਂਦੀ ਆ, ਗੱਲ ਕਰੀਦੀ ਆ, ਉਹ ਕਹਿੰਦੇ ਜੀ ਸਾਨੂੰ ਤਾਂ ਹੀ ਨਹੀਂ ਪਤਾ ਲੱਗਦਾ ਵੀ ਸਾਹ ਵੀ ਵਗਦਾ। ਹਾਂ, ਇਹ ਤਾਂ ਪਤਾ ਵੀ ਸਾਹ ਆਉਂਦਾ। ਹੁਣ ਕਿਵੇਂ ਜੇ? ਫਿਰ ਕਈਆਂ ਨੂੰ ਕਹੀਦਾ ਨੱਕ ਬੰਦ ਕਰਦਾ ਬੰਦ, ਝੱਟ ਪਤਾ ਲੱਗ ਜੂ ਸਾਹ ਆਉਂਦਾ ਕਿ ਨਹੀਂ। ਇੰਨੀ ਦੂਰ ਆ ਅਸੀਂ ਆਪਣੇ ਆਪੇ ਤੋਂ, ਅਸੀਂ ਆਪਦੇ ਸਰੀਰ ਦੇ ਨੇੜੇ ਨਹੀਂ ਹਾਂ। ਅਸੀਂ ਆਹ ਹਰਮੰਦਰ ਤੋਂ ਇੰਨੇ ਦੂਰ ਹੋ ਚੁੱਕੇ ਹਾਂ, ਤਾਂ ਹੀ ਅਸੀਂ ਭਟਕਣਾ 'ਚ ਹੈ, ਤ੍ਰਿਸ਼ਨਾ 'ਚ ਹੈ, ਭੱਜ ਨੱਠ 'ਚ ਹੈ, ਤੁਰਦੇ ਹਾਂ, ਠੇਡੇ ਵੱਜਦੇ ਆ, ਇੱਧਰੋਂ ਭਾਂਡਾ ਉੱਧਰ, ਉੱਧਰੋਂ ਉੱਧਰ। ਬਾਜ਼ਾਰ ਜਾਂਦੇ ਹਾਂ ਤਾਂ ਮੋਟਰਸਾਈਕਲ 'ਚ ਵੱਜ ਗਿਆ, ਸਕੂਟਰ 'ਚ ਵੱਜ ਗਿਆ, ਗੱਡੀ ਮੂਹਰੇ ਆ ਗਿਆ ਇੱਕਦਮ, ਜਿਵੇਂ ਪਤਾ ਹੀ ਨਹੀਂ। ਕੋਈ ਅੱਖਾਂ ਬੰਨ੍ਹ ਕੇ ਛੱਡੇ ਹੁੰਦੇ ਐਂ ਫਿਰਦੇ ਆ ਲੋਕ, ਕਿਉਂਕਿ ਇਹਦੇ ਨੇੜੇ ਨਹੀਂ, ਸੁਰਤ ਨਹੀਂ ਹੈ ਪੂਰੀ। ਅਤੇ ਉੱਥੋਂ ਸਿੱਖੇ ਨਹੀਂ ਕਿਸੇ ਤੋਂ, ਕਿਉਂਕਿ ਸਿੱਧੇ ਹੀ ਜਵਾਨ ਹੁੰਦੇ ਜਾਂਦੇ ਆ, ਸਿੱਧੇ ਹੀ ਜਾ ਕੇ ਸਮਾਜ 'ਚ ਵਿਚਰਦੇ ਆ, ਅਤੇ ਉਹ ਗੱਲ ਹੀ ਨਹੀਂ ਸਿੱਖਦੇ ਕਿਸੇ ਤੋਂ ਕਿ ਮੈਂ ਹੋਸ਼ 'ਚ ਕਿਵੇਂ ਰਹਿਣਾ। ਨਿੱਕੇ ਹੁੰਦੇ ਜਦੋਂ ਸੁਣਦੇ ਕਿ ਤੁਸੀਂ ਸੁੱਤੇ ਹੋ, ਕੈਸਟਾਂ ਸੁਣਨੀਆਂ ਬਾਬਿਆਂ ਦੀਆਂ, ਮਹਾਰਾਜ ਦੀਆਂ ਸੁਣਨੀਆਂ, ਓਸ਼ੋ ਦੀਆਂ, ਤਾਂ ਲੱਗਦਾ ਯਾਰ ਜਾਗਦੇ ਤਾਂ ਬੈਠੇ ਆ, ਐਵੇਂ ਹੀ ਸੁੱਤੇ ਆ। ਐਂ ਕਿਉਂ ਕਹੀ ਜਾਂਦੇ ਆ ਸਾਨੂੰ ਵੀ ਤੁਸੀਂ ਸੁੱਤੇ ਹੋ, ਜਾਗੋ। ਜਾਗੇ ਵੀ ਤਾਂ ਹੈਗੇ ਆ, ਪਰ ਜਦੋਂ ਬਾਹ ਪਿਆ ਚੱਜ ਨਾਲ ਪਤਾ ਲੱਗਿਆ ਕਿ ਵਾਕਈ ਸੁੱਤੇ ਹੋਏ ਆ, ਨਹੀਂ ਪਤਾ ਹੈ। ਜਦੋਂ ਆਪ ਨੂੰ ਜਾਗ ਆਉਣੀ ਸ਼ੁਰੂ ਹੋਈ, ਉਦੋਂ ਪਤਾ ਲੱਗਿਆ ਕਿ ਵਾਕਈ ਦੁਨੀਆ ਦੇ ਕੰਮ ਪਤਾ ਨਹੀਂ ਕਿਵੇਂ ਚੱਲੀ ਜਾਂਦੇ ਆ, ਰੱਬ ਹੀ ਰਾਖਾ। ਤਾਂ ਸਤਿਗੁਰੂ ਕਹਿੰਦੇ ਸਾਸ ਸਾਸ ਮਨ ਨਾਮ ਸੰਭਾਰੈ। ਇਹ ਮਨ ਜਿਹੜਾ ਉੱਡਿਆ ਫਿਰਦਾ ਬਾਹਰ ਨੂੰ, ਇਹਦੀ ਸਾਰੀ ਸੁਰਤ ਬਾਹਰ ਹੈ। ਜਿੰਨੀਆਂ ਚੀਜ਼ਾਂ ਨੂੰ ਇਹ ਜਾਣਦਾ ਬਾਹਰਲੀਆਂ, ਪੂਰੇ ਵਰਲਡ 'ਚ ਕੀ ਹੋ ਰਿਹਾ ਇਹ ਜਾਣਦਾ ਹੈ, ਪਰ ਇਹਦੇ ਅੰਦਰ ਕੀ ਹੋ ਰਿਹਾ, ਕਿਉਂ ਗੜਬੜ ਪੈਦਾ ਹੋ ਰਹੀ ਆ, ਕਿਉਂ ਬਾਤ ਕਫ ਪਿੱਤ ਬੈਲੈਂਸ ਵਿਗੜਿਆ ਪਿਆ, ਕਿਉਂ ਰਜੋ ਤਮੋ ਸਤੋ ਗੁਣ ਵਿਗੜੇ ਪਏ ਆ, ਕਿਉਂ ਇਹਦੀ ਈੜਾ ਪਿੰਗਲਾ ਦੇ ਵਿੱਚ ਖਰਾਬੀਆਂ ਆਈਆਂ ਪਈਆਂ, ਕਿਉਂ ਨਹੀਂ ਸੁਖਮਣਾ ਚੱਲਦੀ, ਸੁੱਖ ਵਾਲਾ ਰਾਹ ਕਿਉਂ ਨਹੀਂ ਥਿਆਉਂਦਾ। ਇਹ ਗੱਲਾਂ ਇਹਨੂੰ ਨਹੀਂ ਪਤਾ, ਕਿਉਂਕਿ ਅੱਜ ਤਾਂ ਅਸੀਂ ਗੁਰੂ ਘਰਾਂ 'ਚ ਇਹ ਗੱਲਾਂ ਕਰਨੋਂ ਹੀ ਹਟ ਗਏ ਹਾਂ। ਸਾਡੇ ਗੁਰਦੁਆਰਾ ਸਾਹਿਬਾਨ ਦਾ ਹਾਲ ਇਹ ਹੋ ਚੁੱਕਿਆ ਕਿ ਜਿਹੜੇ ਬੱਚੇ ਨੂੰ ਵਿਚਾਰੇ ਨੂੰ ਕਿਤੇ ਨੌਕਰੀ ਨਹੀਂ ਮਿਲਦੀ ਹੈ, ਅਤੇ ਉਹ ਹੌਲੀ ਹੌਲੀ ਫਿਰ ਇੱਧਰ ਨੂੰ ਮੋੜਾ ਕੱਟ ਜਾਂਦਾ, ਅਤੇ ਅਸੀਂ ਫਿਰ ਕਦਰ ਵੀ ਉਹੋ ਜਿਹੀ ਪਾਉਣੇ ਆ। ਉਹ 5000 ਨਾਲ ਪਰਿਵਾਰ ਪਾਲੇ ਕਿ ਇਹੋ ਜਿਹੀਆਂ ਕਿਤਾਬਾਂ ਪੜ੍ਹੇ, ਗ੍ਰੰਥ ਪੜ੍ਹੇ ਕਿ ਉਹ ਜਾਣੇ। ਖੁਦ ਕੋਈ ਇੰਸਟੀਚਿਊਟ ਨਹੀਂ ਹੈ ਸਾਡਾ ਜਿਹੜਾ ਸਿਖਾ ਸਕੇ ਕਿ ਆਪਣੇ ਆਪੇ ਦੇ ਨੇੜੇ ਕਿਵੇਂ ਆਈਦਾ, ਆਪਣੇ ਆਪੇ ਨੂੰ ਕਿਵੇਂ ਜਾਣੀਦਾ, ਅਤੇ ਜਾਣਿਆ ਹੋਇਆ ਹੀ ਜਣਾ ਸਕਦਾ। ਅਤੇ ਸਤਿਗੁਰੂ ਕਹਿੰਦੇ ਅਸੀਂ ਉੱਥੇ ਜਾ ਕੇ ਸੇਵਾ ਕਰਨੀ ਚਾਹੁੰਦੇ ਹਾਂ, ਉਹਨਾਂ ਸੰਤਾਂ ਅੱਗੇ ਪਾਣੀ ਭਰਨਾ ਚਾਹੁੰਦੇ ਹਾਂ, ਪੱਖਾ ਫੇਰਨਾ ਚਾਹੁੰਦੇ ਹਾਂ, ਆਟਾ ਪੀਹ ਕੇ ਦੇਣਾ ਚਾਹੁੰਦੇ ਹਾਂ ਸੰਗਤਾਂ ਨੂੰ, ਜਿਹੜੇ ਸਾਸ ਸਾਸ ਮਨ ਨਾਮ ਸੰਭਾਰੈ ਇਹ ਵਿਸਰਾਮ ਨਿਧ ਪਾਈ। ਮਨ ਨੂੰ ਸਵਾਸ ਸਵਾਸ ਦੇ ਨਾਲ ਜੋੜ ਦੇਣ, ਆਉਂਦੇ ਜਾਂਦੇ ਪਵਨ ਗੁਰੂ ਦੇ ਚਰਨਾਂ ਨਾਲ ਧਿਆਨ ਧਰਨ ਦਾ
ਤਰੀਕਾ ਦੱਸ ਦੇਣ, ਮਹਿਸੂਸ ਕਰਨਾ ਸਮਝਾ ਦੇਣ, ਤਾਂ ਕਿ ਮਹਿਸੂਸ ਕੀਤਿਆਂ ਅਗਲੇ ਦਰ ਖੁੱਲ੍ਹ ਸਕਣ। ਕਿਹੜਾ ਦਰ ਖੁੱਲ੍ਹਦਾ? ਪਹਿਲਾਂ, ਸਭ ਤੋਂ ਪਹਿਲਾਂ ਸ਼ਾਂਤੀ ਆਉਂਦੀ ਹੈ ਨੇੜੇ, ਚਿੱਤ 'ਚ ਸ਼ਾਂਤੀ, ਸਰੀਰ 'ਚ ਸ਼ਾਂਤੀ, ਵਿਸਰਾਮ ਦੀ ਅਵਸਥਾ ਪੈਦਾ ਹੁੰਦੀ ਹੈ। ਜਿਵੇਂ ਅਸੀਂ ਬਾਹਰੀ ਤੌਰ 'ਤੇ ਆ ਕੇ ਘਰੇ ਬੈਠ ਗਏ, ਜਲ ਦਾ ਠੰਡੇ ਦਾ ਗਲਾਸ ਛਕ ਕੇ ਸੋਫਿਆਂ 'ਤੇ ਬਹਿ ਗਏ, ਅਤੇ ਜੇ ਕਿਸੇ ਦਾ ਫੋਨ ਆਵੇ ਆਪਾਂ ਕਹਿੰਦੇ ਮੈਂ ਤਾਂ ਆਰਾਮ ਕਰਦਾ ਯਾਰ, ਜਾਣੀ ਵਿਸਰਾਮ ਕਰਦਾ। ਪਹਿਲਾਂ ਵਿਸਰਾਮ ਸਰੀਰ 'ਚ ਆਉਂਦਾ, ਫਿਰ ਵਿਸਰਾਮ ਮਨ ਦੇ ਖਿਆਲਾਂ 'ਚ ਆਉਂਦਾ, ਫਿਰ ਇੱਕ ਟਿਕਾਓ ਬਣ ਜਾਂਦਾ, ਇੱਕ ਅਡੋਲਤਾ ਦੀ ਅਵਸਥਾ ਆਉਂਦੀ ਹੈ, ਜਿੱਥੋਂ ਅਗਲੇ ਰਸਤੇ ਖੁੱਲ੍ਹਦੇ ਆ। ਉਹ ਤਾਂ ਹੀ ਖੁੱਲ੍ਹਦੇ ਆ, ਉੱਥੇ ਬਹਿਣਾ ਹੀ ਪੈਂਦਾ ਹੈ। ਇਹਦਾ ਹੱਲ ਹੀ ਇਹ ਹੈ, ਹੋਰ ਕੋਈ ਹੱਲ ਨਹੀਂ ਦੁਨੀਆ 'ਤੇ। ਐਵੇਂ ਨਹੀਂ ਮਹਾਤਮਾ ਬੁੱਧ ਵਰਗੇ ਇਸ ਤਰ੍ਹਾਂ ਚੌਂਕੜੇ ਲਾ ਬਹਿੰਦੇ ਸੀ, ਐਵੇਂ ਨਹੀਂ ਉਹਨਾਂ ਦੀਆਂ ਮੂਰਤਾਂ ਬਣੀਆਂ ਮੰਦਰਾਂ 'ਚ, ਐਵੇਂ ਨਹੀਂ ਉਹਨਾਂ ਦੇ ਇਸ ਤਰ੍ਹਾਂ ਦੇ ਪੂਰੇ ਵਰਲਡ 'ਚ ਜੇ ਵਿਕ ਰਿਹਾ ਬੁੱਧ ਦਾ ਉਹ ਸਟੈਚੂ, ਤੋਂ ਇਹਦੇ 'ਚ ਕਾਰਨ ਆ ਉਹਨੂੰ ਅੱਜ ਵੀ ਲੱਗਦਾ ਜਿਵੇਂ ਬੋਲੂਗਾ ਸਾਹਮਣੇ ਬੈਠਾ। ਸਾਸ ਸਾਸ ਮਨ ਨਾਮ ਸੰਭਾਰੈ, ਇਹ ਵਿਸਰਾਮ ਨਿਧ ਪਾਈ। ਇਹ ਨਿਧੀ ਹੈ, ਇਹ ਸਾਡੇ ਨਿਧੀ, ਇਹ ਰਿੱਧੀ ਸਿੱਧੀ ਨਿਧੀ, ਸਾਰਾ ਕੁਝ ਸਾਡੇ ਨੇੜੇ ਆਉਂਦਾ, ਅਤੇ ਇੱਕ ਖਾਸ ਤਰ੍ਹਾਂ ਦੀ ਅਵਸਥਾ ਸਾਡੇ ਲਾਮੀ, ਸਾਡੇ ਚੱਕਰ 'ਚ, ਸਾਡੇ ਆਭਾ ਮੰਡਲ 'ਚ ਘੁੰਮਣੀ ਸ਼ੁਰੂ ਹੋ ਜਾਂਦੀ ਹੈ। ਅਤੇ ਜਿਹੜੇ ਲੋਕ ਸਾਡੇ ਨਾਲ ਵਰਤਦੇ ਆ, ਜਿਹੜੇ ਥੋੜ੍ਹਾ ਸਾਡੇ 'ਤੇ ਚੈੱਕ ਰੱਖਦੇ ਆ ਜਾਂ ਸਾਨੂੰ ਪਿਆਰ ਕਰਦੇ ਆ, ਉਹਨਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਕਿ ਤੇਰਾ ਫਰਕ ਪੈਂਦਾ ਜਾਂਦਾ। ਤੂੰ ਇੰਨੀ ਕਾਹਲ ਕਰਦਾ ਹੁੰਦਾ ਸੀ, ਹੁਣ ਨਹੀਂ ਕਰਦਾ ਹੈ। ਤੂੰ ਇੰਨਾ ਬੋਲਦਾ ਹੁੰਦਾ ਸੀ, ਹੁਣ ਨਹੀਂ ਬੋਲਦਾ ਹੈ। ਤੂੰ ਛੇਤੀ ਹਰਖ ਜਾਂਦਾ ਸੀ ਮਾੜੀ ਮਾੜੀ ਗੱਲ 'ਤੇ, ਹੁਣ ਨਹੀਂ। ਕਿਉਂਕਿ ਹੁਣ ਪਤਾ ਲੱਗ ਗਿਆ ਇਹ ਜੀਵਨ ਊਰਜਾ ਕਰੋੜਾਂ ਨੂੰ ਵੀ ਨਹੀਂ ਮਿਲਦੀ, ਇੱਕ ਸਾਹ ਨਹੀਂ ਦੁਬਾਰਾ ਮਿਲਦਾ। ਜਿਹਨੂੰ ਐਵੇਂ ਇਹਨਾਂ ਗੱਲਾਂ 'ਚ ਹੀ ਗਾਲੀ ਜਾਂਦੇ ਸੀ, ਫਿਰ ਆਪਣੇ ਆਪੇ ਨੂੰ ਜਾਣਨ 'ਤੇ ਉਹ ਸਾਰਾ ਖਰਚਾ ਆਪਣੇ ਅੰਦਰ ਨੂੰ, ਸਾਰਾ ਖਰਚਾ ਆਪਣੇ ਆਪੇ 'ਤੇ ਅੰਤਰਮੁਖ ਹੋਣ 'ਤੇ ਲਾਉਂਦਾ। ਜਿੰਨੇ ਵੀ ਸਵਾਸ ਹੈ, ਜਦੋਂ ਜਮਾ ਨਹੀਂ ਸਰਦਾ ਵੀ ਹੁਣ ਕਿਰਤ ਬਿਰਤ ਨੂੰ ਜਾਣਾ, ਜਿਹਦੇ ਨਾਲ ਆਪਣਾ ਜੀਵਨ ਚੱਲਦਾ, ਉਹਦੀ ਫਿਰ ਬਾਹਰ ਨੂੰ ਐਨਰਜੀ ਭੇਜਦਾ। ਨਹੀਂ ਤਾਂ ਸਾਸ ਸਾਸ ਮਨ ਨਾਮ ਸੰਭਾਰੈ, ਇਹ ਵਿਸਰਾਮ ਨਿਧ ਪਾਈ। ਇਹ ਨਿਧੀ ਮਿਲਦੀ ਹੈ। ਪਹਿਲਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ, ਤੁਮ ਕਰੋ ਦਇਆ ਮੇਰੇ ਸਾਈਂ। ਨਾਲ ਤੇਰੇ ਅੱਗੇ ਬੇਨਤੀ ਹੈ ਦਾਤਿਆ, ਇਹ ਦਇਆ ਕਰਦੇ। ਪਹਿਲਾਂ ਤਾਂ ਕੋਈ ਜਾਗਿਆ ਸੰਤ ਟੱਕਰ ਜੇ, ਕੋਈ ਸਤਪੁਰਸ਼ ਮਿਲ ਜਾਵੇ, ਕੋਈ ਦੱਸਣ ਵਾਲਾ ਮਿਲ ਜਾਵੇ, ਇਹ ਸੂਤਰ ਦੱਸ ਦੇਵੇ ਕਿ ਵਿਸਰਾਮ ਆਊਗਾ ਕਿਵੇਂ। ਤੁਮ ਕਰੋ ਦਇਆ ਮੇਰੇ ਸਾਈਂ, ਕਿਉਂਕਿ ਇਹ ਗੱਲ ਇੱਕ ਜਾਣ ਲਓ, ਐਵੇਂ ਨਾ ਕਹੋ ਕੁਛ ਨਹੀਂ ਹੁੰਦਾ, ਅੱਜ ਕੱਲ੍ਹ ਨਹੀਂ ਹੈ ਜੀ, ਅੱਜ ਕੱਲ੍ਹ ਜੋਗਾ ਆਏ ਆ। ਉਹ ਨਿਰੰਕਾਰ ਦੇ ਦਰ 'ਤੇ ਕਾਸੇ ਦਾ ਘਾਟਾ ਨਹੀਂ। ਉਹਦੀ ਫੁੱਲਵਾੜੀ 'ਚ ਬੜੇ ਗੁਲਾਬ ਦੇ ਫੁੱਲ ਆ, ਬੜੇ ਮਹਿਕ ਦੇ ਫੁੱਲ ਆ, ਬੜੇ ਹੀ ਕੁਛ ਹੈ। ਤੁਸੀਂ ਪਾਉਣ ਵਾਲੇ ਬਣੋ, ਜਿਨ ਖੋਜਿਆ ਤਨ ਪਾਇਆ। ਤੁਸੀਂ ਅਰਦਾਸ ਕਰੋ ਦਿਲੋਂ ਕਿ ਮੈਨੂੰ ਮਿਲਾ ਦੇ ਪਾਤਸ਼ਾਹ। ਤੁਹਾਨੂੰ ਸਮਝ ਨਹੀਂ ਆਉਣੀ ਕਿ ਕਿਹੜੀ ਤਰ੍ਹਾਂ ਮਿਲ ਗਿਆ ਆ ਕੇ। ਤੁਸੀਂ ਕਦੇ ਸੋਚਿਆ ਹੀ ਨਹੀਂ ਹੋਣਾ ਕਿ ਆਹ ਬੰਦਿਆਂ ਕੋਲੇ ਵੀ ਆਹ ਕੁਆਲਿਟੀਆਂ ਹੈਗੀਆਂ। ਅਰਦਾਸ ਕਰੋ, ਜਿਵੇਂ ਪਾਤਸ਼ਾਹ ਕਹਿ ਰਿਹਾ ਨਾ, ਤੁਮ ਕਰੋ ਦਇਆ ਮੇਰੇ ਸਾਈਂ, ਐ ਮੇਰੇ ਸਾਈਂ ਮੇਰੇ 'ਤੇ ਦਇਆ ਕਰ। ਜਿੱਦੇ ਤੁਹਾਡੀ ਸੱਚੀ ਪਿਆਸ ਵੇਖ ਲੈਂਦਾ ਹੈ, ਉਹ ਤੁਹਾਡੇ ਵੱਲ ਨੂੰ ਧਾਰਾ ਵਹਿਣ ਲਾਉਂਦਾ ਉਹ ਚੀਜ਼ ਦੀ, ਜਿਹੜਾ ਤੁਹਾਨੂੰ ਦੱਸ ਸਕਦਾ ਉਹ ਬੈਠਾ ਕਿੱਥੇ ਆ। ਉਹਦੇ ਨਾਲ ਪਤਾ ਹੀ ਨਹੀਂ ਲਿੰਕ ਕਿੱਧਰ ਦੀ ਕਿੱਧਰ ਜੁੜਦੇ ਆ ਕੇ। ਇਹ ਚੀਜ਼ ਸਾਨੂੰ ਕਰਨੀ ਪੈਣੀ ਹੈ। ਜੋ ਚਾਹੀਦਾ, ਬੇਸ਼ੱਕ ਉਹ ਦੁਨਿਆਵੀ ਆ, ਤੁਸੀਂ ਪਰ ਪਿਆਸ ਪੂਰਨ ਹੋਣੀ ਚਾਹੀਦੀ ਹੈ, ਅਤੇ ਚੜ੍ਹਦੀ ਕਲਾ ਹੋ ਜਾਣੀ ਹੈ। ਅੱਗੇ ਸਤਿਗੁਰੂ ਕੀ ਕਹਿੰਦੇ ਆ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਕਹਿੰਦੇ ਮਤ ਵੀ ਫਿਰ ਐਸੀ ਦੇ ਦਾਤਿਆ ਦਇਆ ਕਰਕੇ ਕਿ ਸਦਾ ਹੀ ਸਵਾਸ ਸਵਾਸ ਮੈਂ ਤੈਨੂੰ ਧਿਆਵਾਂ। ਇੱਕ ਹੁੰਦਾ ਬੋਲ ਕੇ ਜਾਪ ਕਰਨਾ, ਇਹ ਜਾਣੀ ਪਹਿਲਾਂ ਚੱਲਦਾ ਜਦੋਂ ਆਪਾਂ ਨੂੰ ਨਾਮ ਦਾ ਵੀ ਨਹੀਂ ਪਤਾ, ਉਦੋਂ ਆਪਾਂ ਨਾਮ ਪੁੱਛਦੇ ਹਾਂ, ਫਿਰ ਨਾਮ ਬੋਲ ਕੇ ਲੈਂਦੇ ਹਾਂ। ਜੇ ਆਪਾਂ ਨੂੰ ਉਸ ਨਾਮ ਵਾਲੇ ਇਨਸਾਨ ਨਾਲ ਪਿਆਰ ਹੋ ਜੇ, ਫਿਰ ਆਪਾਂ ਉਹ ਨਾਮ ਬੋਲ ਬੋਲ ਕੇ ਨਹੀਂ ਦਿੰਦੇ, ਚਿੱਤ 'ਚ ਹੀ ਚੱਲਦਾ ਸਿਮਰਨ ਉਹਦਾ ਨਾਮ ਵੀ ਸਾਹਮਣੇ ਆਉਂਦਾ, ਉਹਦੀ ਤਸਵੀਰ ਵੀ ਸਾਹਮਣੇ ਆਉਂਦੀ ਹੈ, ਉਹਦੇ ਕੀਤੇ ਕਾਰਜ ਵੀ ਸਾਹਮਣੇ ਆਉਂਦੇ, ਅੰਦਰੇ ਅੰਦਰ ਅੰਦਰੇ ਅੰਦਰ ਇੱਕ ਧਿਆਨ ਚੱਲਦਾ, ਉਹਨੂੰ ਕਹਿੰਦੇ ਧਿਆਈ। ਕਹਿੰਦੇ ਐਸੀ ਮਤ ਦੇ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਮੇਰਾ ਧਿਆਨ ਸਦਾ ਹੀ ਤੇਰੇ 'ਚ ਰਹੇ। ਧਿਆਨ ਸਾਡਾ ਸਾਰਾ ਦਿਨ ਹੀ ਕਿਸੇ ਨਾ ਕਿਸੇ ਪਾਸੇ ਰਹਿੰਦੇ ਅਸੀਂ ਧਿਆਨ 'ਚ ਹੀ ਹੈ। ਕਿਸੇ ਦਾ ਪੈਸੇ ਕਮਾਉਣ 'ਚ ਧਿਆਨ ਹੈ, ਇਹ ਦੇਣਾ ਵੀ ਹੈ ਧਿਆਨ। ਇਹਨੂੰ ਸਤਿਗੁਰੂ ਨਾਨਕ ਨੇ ਕਿਹਾ ਕਿ ਕਿਰਤ ਕਰਨੀ ਹੈ, ਉਹਦਾ ਟਾਈਮ ਰੱਖਣਾ, ਕੁਛ ਟਾਈਮ ਇਸ ਧਿਆਨ ਲਈ ਆਪਣੇ ਕੰਨੀ ਰੱਖਣਾ। ਫਿਰ ਕਿਰਤ ਵੀ ਕਈ ਵਾਰ ਉਹੋ ਜਿਹੀ ਦੇ ਦਿੰਦੇ ਆ ਸਤਿਗੁਰੂ ਕਿ ਉਹ ਕਿਰਤ ਦੇ ਵਿੱਚ ਵੀ ਉਹਦਾ ਨਾਮ ਵੱਸਦਾ। ਸ਼ੁਰੂ 'ਚ ਕਦੇ ਮਿੰਟ ਲਈ ਆਉਂਦਾ ਧਿਆਨ, ਕਦੇ 5 ਮਿੰਟਾਂ ਲਈ, ਕਦੇ ਕਿਵੇਂ, ਪਰ ਫਿਰ ਸਦਾ ਹੀ ਬਣ ਜਾਂਦਾ।
ਸਾਰੇ ਗੁਰੂ ਗ੍ਰੰਥ ਸਾਹਿਬ 'ਚ ਜਾਪ ਤੋਂ ਪਾਠ ਤੇ ਪਾਠ ਤੋਂ ਸਿਮਰਨ ਤੇ ਸਿਮਰਨ ਤੋਂ ਸੁਰਤ ਲਿਵ ਧਿਆਨ, ਇਹ ਚੀਜ਼ਾਂ ਆਉਣੀਆਂ। ਪਰ ਜਦੋਂ ਦੁੱਖ ਹੁੰਦਾ, ਜਿਨ੍ਹਾਂ ਲੋਕਾਂ ਨੂੰ ਲੱਖਾਂ ਲੋਕ ਸੁਣਦੇ ਆ, ਜਦੋਂ ਦਾਅਵਿਆਂ ਨਾਲ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਨਾਲ ਸੰਬੰਧ ਹੀ ਕੋਈ ਨਹੀਂ, ਤੇ ਫਿਰ ਸੋਚੀਦਾ ਯਾਰ ਕੀ ਬਣੂਗਾ ਸਾਡਾ। ਜਿਹੜੀ ਗੱਲ ਇਹ ਤਾਂ ਫਿਰ ਇਹ ਹੋ ਗਿਆ ਕਿ ਗੁਰੂ ਨਾਨਕ ਦਾ ਵਾਗ ਤਾਂ ਬਹੁਤ ਸੋਹਣਾ ਹੈ, ਸਾਂ ਬਥੇਰੀ ਸੰਘਣੀ ਹੈ, ਠੰਡੀ ਮਿੱਠੀ ਸਾਂ। ਜਿਹੜੀ ਉਹ ਠੰਡੀ ਸਾਂ ਵਾਲੇ ਦਰਖਤਾਂ ਨੂੰ ਐਂਡ ਤੇ ਫਲ ਲੱਗਣੇ ਆ ਤੇ ਫਲ ਲੱਗ ਕੇ ਸਾਡੀ ਝੋਲੀ ਪੈਣੇ ਆ, ਉਹ ਹੈ ਨਹੀਂ। ਵੀ ਧਿਆਨ ਹੈ ਨਹੀਂ, ਹੈ ਕਿਉਂ ਨਹੀਂ ਧਿਆਨ? ਇੱਕ ਇੱਕ ਪੰਕਤੀ ਵਿੱਚ ਆਉਂਦੀ ਆ, ਹਰ ਚੀਜ਼ ਦੇ ਵਿੱਚ ਜਿਵੇਂ ਜਿਵੇਂ ਆਪਾਂ ਸਾਂਝ ਪਾਵਾਂਗੇ ਨਾ। ਅਸੀਂ ਇਹ ਤਾਂ ਵਾਰੀ ਦੱਸ ਰਹੇ ਹਾਂ ਕਿਉਂਕਿ ਅਸੀਂ ਹੁਣ 50 ਸਾਲ ਸੁਣੀ ਗਏ ਆ ਇਹਨਾਂ ਲੋਕਾਂ ਨੂੰ ਕਿ ਕਿਵੇਂ ਗੁੰਮਰਾਹ ਕਰ ਦਿੰਦੇ ਆ ਤੇ ਆਪਣੇ ਬੰਦੇ ਪਿੱਛੇ ਹਟ ਜਾਂਦੇ ਆ। ਨਾ ਜੀ, ਸਾਨੂੰ ਤਾਂ ਪਾਠ ਕਰਨ ਨੂੰ ਕਿਹਾ, ਇਕੱਲਾ ਪਾਠ ਕਰਨ ਨੂੰ ਇਸ ਕਰਕੇ ਕਿਹਾ ਕਿ ਆਹ ਪਾਠ ਦੇ ਵਿੱਚ ਲਿਖਿਆ ਕੀ ਆ। ਅਸੀਂ ਵੀ ਪਹਿਲਾਂ ਇਹਦਾ ਪਾਠ ਹੀ ਕਰਦੇ ਸੀ, ਜਿਵੇਂ ਇਹ ਵਾਕ ਆਇਆ ਆਪਾਂ ਨੂੰ, ਇਹ ਪਾਠ ਦੇ ਵਿੱਚ ਹੀ ਦੱਸੀਆਂ ਹੁੰਦੀਆਂ ਚੀਜ਼ਾਂ। ਉਹਨੂੰ ਪਾਠ ਨੂੰ ਐਂ ਨਹੀਂ ਕਰਕੇ ਲੰਘ ਜਾਣਾ ਕਿ ਜਿਵੇਂ ਹੁਣ ਸਾਡੇ ਕੋਲੇ ਆ ਕੇ ਬੜੇ ਲੋਕ ਕਹਿੰਦੇ ਕਿ ਜੀ ਬਚਪਨ ਤੋਂ ਜਪਜੀ ਸਾਹਿਬ ਪੜ੍ਹਦੇ ਆ। ਭਰਾ ਤਾਂ ਸਾਡਾ ਕਿਤੇ ਧਿਆਨ ਹੀ ਨਹੀਂ ਗਿਆ ਕਿ ਗੁਰੂ ਨਾਨਕ ਨੇ ਇਹ ਕਿਹਾ ਕਿ ਪਵਨ ਗੁਰੂ ਆ, ਪਾਣੀ ਪਿਤਾ ਹੈ, ਧਰਤੀ ਮਾਤਾ ਹੈ, ਤੇ ਇਹਨੂੰ ਜਿਸ ਤਰ੍ਹਾਂ ਤੁਸੀਂ ਲੈ ਰਹੇ ਹੋ ਆਏ ਅਸੀਂ ਤਾਂ ਕਿਤੇ ਧਿਆਨ ਹੀ ਨਹੀਂ ਦਿੱਤਾ। ਫਿਰ ਨਹੀਂ ਧਿਆਨ ਦਿੱਤਾ ਤਾਂ ਇਹ ਤੁਹਾਡੀ ਗਲਤੀ ਹੈ ਨਾ, ਗੁਰੂ ਤਾਂ ਲਿਖ ਕੇ ਦੇ ਗਿਆ ਨਾ। ਫਿਰ ਅਸੀਂ ਕਹਾਂਗੇ ਏਕ ਓਂਕਾਰ ਕਰਨੀ, ਵੀ ਸਾਡਾ ਧਿਆਨ ਨਹੀਂ ਗਿਆ, ਵੀ ਉਹ ਪ੍ਰਮਾਤਮਾ ਇੱਕੋ ਹੀ ਹੈ। ਇਸ ਕਰਕੇ ਸਾਨੂੰ ਧਿਆਨ ਦੇਣਾ ਪੈਣਾ। ਧਿਆਨ ਦੀ ਕੋਈ ਖੇਡ ਆ ਸਾਰੀ, ਧਿਆਨ ਹੀ ਮਹਾਂਪਾਵਰ ਆ ਦੁਨੀਆ ਦੀ। ਜਿੱਥੇ ਧਿਆਨ ਜਾਂਦਾ ਉੱਥੇ ਹੀ ਪ੍ਰਕਾਸ਼ ਕਰ ਦਿੰਦਾ। ਇਹਨਾਂ ਚੀਜ਼ਾਂ ਨੂੰ ਸੁਣ ਕੇ ਅਸੀਂ ਗੁਰਬਾਣੀ 'ਚੋਂ ਲੈਣੀਆਂ ਗੱਲਾਂ, ਕਿਸੇ ਦੇ ਆਖੇ ਨਹੀਂ ਲੱਗਣਾ। ਜੇ ਸਾਡਾ ਗੁਰੂ ਨਾਲ ਪਿਆਰ ਹੈ, ਗੁਰੂ ਨੇ ਜਿਵੇਂ ਲਿਖ ਕੇ ਦਿੱਤਾ, ਆ ਹੁਣ ਪੰਜਾਬੀ 'ਚ ਹੀ ਲਿਖਿਆ ਵਾ, ਕੋਈ ਇਹਦੇ 'ਚ ਫਾਰਸੀ ਤਾਂ ਵਰਤੀ ਨਹੀਂ, ਕਿ ਐਸੀ ਮਤ ਦੀਜੈ ਮੇਰੇ ਠਾਕਰ, ਸਦਾ ਸਦਾ ਤੁਧ ਧਿਆਈ। ਤੈਨੂੰ ਧਿਆਵਾਂ, ਤੇ ਧਿਆਨ ਤੁਸੀਂ ਆਪ ਹੀ ਦੇਖ ਲਓ ਕੀ ਹੁੰਦਾ। ਧਿਆਨ ਬੋਲਣਾ ਹੁੰਦਾ ਕਿ ਚੁੱਪ ਕਰਨਾ ਹੁੰਦਾ ਕਿ ਕੀ ਹੁੰਦਾ? ਸੁਰਤੀ ਦੇ ਵਿੱਚ ਸਿਮਰਨ ਕਰਨ ਨੂੰ ਧਿਆਨ ਕਹਿੰਦੇ ਨੇ, ਯਾਦ ਕਰਨ ਨੂੰ ਧਿਆਨ ਕਹਿੰਦੇ ਨੇ। ਅੱਗੇ ਸਤਿਗੁਰੂ ਕੀ ਕਹਿੰਦੇ ਆ? ਤੁਮਰੀ ਕਿਰਪਾ ਤੇ ਮੋਹ ਮਾਨ ਸੂਟੈ, ਬਿਨ ਸਜਾਏ ਭਰਮਾਈ। ਕਹਿੰਦੇ ਤੇਰੀ ਕਿਰਪਾ ਹੋ ਜਾਵੇ। ਇੱਕ ਮੋਹ ਦਾ ਨਾ ਜਾਲ ਹੈ ਜਿਹੜਾ ਸਾਡਾ ਬਹੁਤ ਸਮਾਂ ਖਾ ਜਾਂਦਾ, ਬਹੁਤ ਜੀਵਨ ਖਾ ਜਾਂਦਾ, ਜਿਹਦੇ ਅਧੀਨ ਅਸੀਂ ਬੜਾ ਕੁਝ ਕਰਦੇ ਰਹਿੰਦੇ ਹਾਂ। ਉਹ ਤੋਂ ਅੱਗੇ ਮਾਣ ਆ ਜਾਂਦਾ ਹੈ, ਆਪਣੇ ਆਪੇ ਨੂੰ ਇੱਕ ਹੋਰ ਹੀ ਤਰ੍ਹਾਂ ਸਟੈਬਲਿਸ਼ ਕਰਨਾ ਦੁਨੀਆ ਦੇ ਅੱਗੇ, ਇਹ ਬੜਾ ਸਮਾਂ ਖਾ ਜਾਂਦਾ ਸਾਡਾ। ਤੇ ਸਤਿਗੁਰੂ ਕਹਿੰਦੇ ਇਹਨਾਂ ਤੋਂ ਤਾਂ ਬਚਾਈ ਲੈ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ, ਬਿਨ ਸਜਾਏ ਭਰਮਾਈ। ਇਹ ਜਿਹੜੇ ਭਰਮ ਆ ਨਾ, ਆਪਣੇ ਆਪੇ ਨੂੰ ਬਹੁਤ ਹੀ ਜ਼ਿਆਦਾ ਚੱਕਰਾਂ 'ਚ ਪਾ ਲੈਣਾ, ਤ੍ਰਿਸ਼ਨਾ 'ਚ ਪਾ ਲੈਣਾ, ਆਸਾ ਦੇ ਚੱਕਰਾਂ 'ਚ ਪਾ ਲੈਣਾ, ਇਹ ਤੋਂ ਬਚਾ ਦਾਤਾ। ਇਹ ਐਡਾ ਵੱਡਾ ਨਰਕ ਹੈ ਕਿ ਕੱਲਾ ਬੈਠਾ ਬੰਦਾ ਵੀ ਸੜੀ ਜਾਂਦਾ, ਦੂਜਿਆਂ ਦੀਆਂ ਗੱਲਾਂ ਕਰ ਕੱਲਾ ਵੀ ਨਰਕ ਬਣਾ ਲੈਂਦਾ, ਦੁਖੀ ਹੋਈ ਜਾਂਦਾ ਹੈ। ਇਹ ਭਰਮ ਮੇਰੇ ਅੰਦਰੋਂ, ਇਹ ਭਟਕਣਾ ਮੇਰੇ ਅੰਦਰੋਂ ਕੱਢ ਦੇ ਮੇਰੇ ਮਾਲਕ, ਕਰੋ ਕਿਰਪਾ ਮੇਰੇ ਤੇ। ਆਨੰਦ ਰੂਪ ਰਵੇ ਉਹ ਸਭ ਮਦੇ, ਜਤ ਕਤ ਪੇਖੋਂ ਜਾਈ। ਮੇਰੇ ਤੇ ਤਾਂ ਇਹ ਕਿਰਪਾ ਕਰਦੇ ਦਾਤਾ, ਆਨੰਦ ਬਣਿਆ ਰਹੇ। ਆਨੰਦ ਦਾ ਉਹ ਰੂਪ ਮੇਰੇ ਅੰਦਰ ਕਣ ਕਣ ਦੇ ਵਿੱਚ ਰਵ ਜਾਵੇ, ਵਸ ਜਾਵੇ। ਸਭ ਮਦੇ, ਸਾਰੇ ਪਾਸੇ, ਜਤ ਕਤ ਪੇਖੋਂ ਜਾਈ। ਜਿੱਧਰ ਵੀ ਵੇਖਾਂ ਮੈਨੂੰ ਤੂੰ ਹੀ ਦਿਸੇ, ਹੈ ਤੂੰ ਹੀ। ਗੱਲਾਂ ਅਸੀਂ ਸਾਰੇ ਹੀ ਕਰਦੇ ਹਾਂ ਕਿ ਸਭ ਥਾਂ ਹੀ ਰੱਬ ਹੀ ਹੈ, ਪਰ ਜਦੋਂ ਸੱਚੀ ਮੁੱਚੀ ਦਿਸਣਾ ਸ਼ੁਰੂ ਹੁੰਦਾ ਨਾ, ਉਦੋਂ ਬੜਾ ਕੁਛ ਬਦਲ ਜਾਂਦਾ, ਬੜੀ ਦ੍ਰਿਸ਼ਟੀ ਬਦਲ ਜਾਂਦੀ ਹੈ। ਮਹਾਰਾਜ ਕਹਿੰਦੇ ਆਨੰਦ ਰੂਪ ਰਵੇ ਉਹ ਸਭ ਮਦੇ, ਜਤ ਕਤ ਪੇਖੋਂ ਜਾਈ। ਜਿੱਧਰ ਵੀ ਜਾ ਕੇ ਵੇਖਾਂ, ਜਿੱਧਰ ਵੀ ਜਾਵਾਂ, ਤੂੰ ਹੀ ਮੈਨੂੰ ਦਿਸੇ, ਤੇਰਾ ਹੀ ਆਨੰਦ ਸਰੂਪ ਵਸਦਾ ਦਿਸੇ। ਤੁਮ ਦਇਆਲ ਕਿਰਪਾਲ ਕਿਰਪਾਨਿਧ, ਪਤਿਤ ਪਾਵਨ ਗੋਸਾਈ। ਬੜੀ ਖੁਸ਼ੀ ਦੀ ਗੱਲ ਹੈ ਇਹ ਦਾਤਾ ਕਿ ਤੁਸੀਂ ਦਿਆਲ ਹੋ, ਮਿਹਰਬਾਨ ਰਹਿੰਦੇ ਹੋ ਹਰ ਵੇਲੇ। ਤਥਾ ਅਸਤੁ, ਹਰ ਵੇਲੇ ਖੁਸ਼। ਤੁਮ ਦਿਆਲ ਕਿਰਪਾਲ ਕਿਰਪਾਨਿਧ, ਕਿਰਪਾ ਦੇ ਨਿਧਾਨ ਹੋ ਤੁਸੀਂ ਹਰ ਵੇਲੇ। ਪਤਿਤ ਪਾਵਨ ਗੋਸਾਈ, ਕੈਸੀ ਕਿਰਪਾ ਕਿ ਜਿਹੜਾ ਤਾਂ ਮਾੜਾ ਮੋਟਾ ਆਪਦੇ ਆਪ ਨੂੰ ਉਵੇਂ ਕਾਬਲ ਸਮਝ ਕੇ ਇੱਧਰ ਨੂੰ ਤੁਰਦਾ, ਉਹ ਤੇ ਕਿਰਪਾ ਤਾਂ ਕਹਿੰਦੇ ਹੋਣੀ ਹੈ। ਜਿਹੜਾ ਸਾਡੇ ਵਰਗਾ ਕੋਈ ਪਤਿਤ ਹੋਇਆ ਹੁੰਦਾ, ਕੋਈ ਕਿਸੇ ਸਮਝ 'ਚ ਹੀ ਨਹੀਂ ਰਹਿੰਦਾ, ਆਪਣੇ ਆਪੇ ਨੂੰ ਪਤਾ ਨਹੀਂ ਕਿਵੇਂ ਚਲਾਈ ਜਾਂਦਾ ਵਿਚਾਰਾ, ਭੋਲੇ ਭਾਅ ਭੱਜਿਆ ਫਿਰਦਾ। ਮਹਾਰਾਜ ਕਹਿੰਦੇ ਜਿਹੜਾ ਪਤਿਤ ਹੈ ਉਹਨੂੰ ਵੀ ਪਾਵਨ ਕਰ ਲੈਣਾ ਇਹ ਗੋਸਾਈ। ਗੋ ਧਰਤੀ ਨੂੰ ਪਾਲਣਹਾਰ ਮੇਰੇ ਮਾਲਕ,
ਜਿਨ੍ਹਾਂ ਨੂੰ ਦੁਨੀਆ ਪਤਿਤ ਆਖਦੀ ਹੈ ਨਾ, ਉਹਨਾਂ ਨੂੰ ਵੀ ਪਾਵਨ ਕਰਕੇ ਆਪਦੇ ਹਿੱਕ ਨਾਲ ਲਾ ਲੈਣਾ ਹੈ, ਆਪਣੇ ਚਰਨਾਂ 'ਚ ਥਾਂ ਦੇ ਦੇਣਾ ਹੈ, ਕਿਰਪਾ ਕਰ ਦੇਣਾ ਹੈ। ਤੁਰੋ ਸਹੀ, ਡਰਨ ਦੀ ਤਾਂ ਲੋੜ ਹੀ ਨਹੀਂ ਕਿ ਮੈਂ ਕੀ ਕਰਦਾ ਕੀ ਨਹੀਂ ਕਰਦਾ। ਜਾਣਾ ਜ਼ਰੂਰੀ ਹੈ, ਤੁਰਨਾ ਬਹੁਤ ਜ਼ਰੂਰੀ ਹੈ। ਤੇ ਦਾਤਾ ਅੱਗੇ ਕੀ ਕਹਿੰਦਾ, ਕੋਟ ਸੂਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ। ਕਹਿੰਦੇ ਜਦੋਂ ਉਹਦਾ ਮਿਲਾਪ ਹੁੰਦਾ ਨਾ, ਉਹਦੇ ਝਲਕਾਰੇ ਹੀ ਪੈਣੇ ਸ਼ੁਰੂ ਹੁੰਦੇ ਆ ਸ਼ੁਰੂ 'ਚ, ਕਰੋੜਾਂ ਸੁੱਖ। ਕਿਹੋ ਜਿਹੇ ਸੁੱਖ? ਇੱਕ ਰੌਂ ਚੱਲਦੀ ਹੈ, ਇੱਕ ਰੌਂ ਉਹ ਬਚਪਨ 'ਚ ਮਹਿਸੂਸ ਹੁੰਦੀ ਹੈ ਕਈ ਵਾਰੀ, ਬਿਨਾਂ ਗੱਲੋਂ ਜਦੋਂ ਸਾਥੀਆਂ ਨਾਲ ਖੇਡਦੇ ਆ, ਜਦੋਂ ਕਿਤੇ ਕਿਸੇ ਗੱਲ ਦੀ ਅਤੀ ਖੁਸ਼ੀ ਹੁੰਦੀ ਹੈ, ਕਿਤੇ ਬੱਚੇ ਨੂੰ ਤਾਂ ਜਿਵੇਂ ਨਵੇਂ ਕੱਪੜੇ ਮਿਲ ਗਏ, ਕਿਤੋਂ ਕੋਈ ਮਨਪਸੰਦ ਖਿਡੌਣਾ ਮਿਲ ਗਿਆ, ਉਦੋਂ ਇੱਕ ਹੋਰ ਹੀ ਰੌਂ ਹੁੰਦੀ ਹੈ ਬੱਚੇ 'ਚ, ਉਹਦਾ ਚਿਹਰਾ, ਉਦੋਂ ਪਤਾ ਲੱਗਦਾ ਕਿੰਨਾ ਪਿਆਰਾ ਚਿਹਰਾ, ਅੱਖਾਂ 'ਚ ਨੂਰ ਡੁੱਲਦਾ, ਉਹ ਚੀਜ਼ ਇੱਕ ਰੌਂ ਆਉਂਦੀ ਆ ਉਦੋਂ। ਤੇ ਉਹ ਰੌਂ ਆਉਂਦੀ ਆ ਫਿਰ, ਕੋਟ ਸੂਖ ਆਨੰਦ ਰਾਜ ਪਾਏ, ਕਰੋੜਾਂ ਸੁੱਖਾਂ ਤੋਂ ਉੱਤੋਂ ਦੀ ਸੁੱਖ ਆ ਉਹ ਜਦੋਂ ਰੌਂ ਦਾ ਝਲਕਾਰਾ ਪੈਂਦਾ ਨਾ। ਮੁਖ ਤੇ ਨਿਮਖ ਬੁਲਾਈ, ਕਹਿੰਦੇ ਇੱਕ ਸਕਿੰਟ ਅੱਖ ਝਪਕਣ ਦੇ ਸਮੇਂ, ਜਿੰਨੇ ਸਮੇਂ 'ਚ ਵੀ ਐਸਾ ਝਲਕਾਰਾ ਵੱਜ ਜਾਂਦਾ ਕਿ ਉਹਨੂੰ ਭੁੱਲਿਆ ਨਹੀਂ ਜਾ ਸਕਦਾ। ਫਿਰ ਤਾਂ ਜਿਵੇਂ ਮਿਰਗ ਕਸਤੂਰੀ ਨੂੰ ਭਾਲਦਾ ਭੱਜਿਆ ਫਿਰਦਾ ਹੁੰਦਾ ਨਾ, ਉਹ ਸੁੱਖ ਦੀ ਇੱਕ ਝਲਕ ਨੂੰ ਭਗਤ ਹੈ ਜਿਹੜਾ, ਖੋਜੀ ਹੈ ਜਿਹੜਾ, ਜੋਗੀ ਹੈ ਜਿਹੜਾ, ਸਾਧੂ ਆ, ਖੜਾ ਨਹੀਂ ਫਿਰ ਛੱਡਦਾ। ਫਿਰ ਉਹਨੂੰ ਪਤਾ ਲੱਗਦਾ ਕਿ ਇੱਥੇ ਹੀ ਆਨੰਦ ਸੁੱਖ ਸਾਰਾ ਕੁਛ ਇੱਥੇ ਹੀ ਆ। ਜਪ ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ। ਕਹਿੰਦੇ ਉਹੀ ਜਾਪ, ਉਹੀ ਕੀਤਾ ਤਪ ਤੇ ਉਹੀ ਭਗਤੀ ਪੂਰੀ ਮੰਨੀ ਜਾਂਦੀ ਹੈ ਜੋ ਉਹਦੇ ਮਾਲਕ ਦੇ ਮਨ ਨੂੰ ਭਾਜੇ, ਉਹ ਸਾਧੂ ਦੇ ਮਨ ਨੂੰ ਭਾਜੇ, ਜਿਹਦੇ ਕੋਲ ਜਾ ਕੇ ਸੇਵਾ ਕਰਦੇ ਆ, ਸਿਮਰਨ ਕਰਦੇ ਆ, ਜੀ ਤੋਂ ਸਿੱਖਦੇ ਆ, ਉਹਨੂੰ ਭਾ ਜਾਵੇ, ਸਤਿਗੁਰੂ ਖੁਸ਼ ਹੋ ਜਾਵੇ, ਤੇ ਬੜੀ ਕਿਰਪਾ ਹੁੰਦੀ ਹੈ, ਬੜੀ ਰਹਿਮਤ ਜਾਗਦੀ ਹੈ ਕਿ ਜਦੋਂ ਗੁਰੂ ਖੁਸ਼ ਹੁੰਦਾ। ਗੁਰੂ ਦੀਆਂ ਖੁਸ਼ੀਆਂ ਲੈਣੀਆਂ ਹੀ ਸਭ ਤੋਂ ਵੱਡੀ ਖੁਸ਼ੀ ਹੈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਕਹਿੰਦੇ ਜਿੱਦੇ ਤੋਂ ਸਾਧੂ ਦੇ ਘਰੋਂ ਨਾਮ ਮਿਲ ਗਿਆ, ਜਿੱਦੇ ਤੋਂ ਉਹਨੂੰ ਜਪਿਆ ਤੇ ਜਾਪ ਹੀ ਯਾਦ ਬਣ ਗਿਆ, ਜਦੋਂ ਸਿਮਰਨ ਬਣ ਗਿਆ, ਜਾਪ ਹੀ ਜਦੋਂ ਧਿਆਨ ਬਣ ਗਿਆ, ਕਹਿੰਦੇ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ, ਸਭ ਤਰ੍ਹਾਂ ਦੀ ਤ੍ਰਿਸ਼ਨਾ ਬੁਝ ਗਈ। ਕਿਉਂ? ਕਿਉਂਕਿ ਜਦੋਂ ਹੀ ਅਸੀਂ ਪਵਨ ਗੁਰੂ ਦੇ ਨੇੜੇ ਰਹਿਣ ਲੱਗ ਜਾਂਦੇ ਹਾਂ, ਸਵਾਸਾਂ ਦਾ ਸੰਗ ਮੰਨਣਾ ਸ਼ੁਰੂ ਕਰ ਦਿੰਦੇ ਹਾਂ, ਸਾਸ ਸਾਸ ਉਹਨੂੰ ਸਿਮਰਦੇ ਹਾਂ, ਤਾਂ ਉਦੋਂ ਸਾਡੇ 'ਤੇ ਬੜੀ ਵੱਡੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਉਹ ਖਜ਼ਾਨਿਆਂ ਦਾ ਪਤਾ ਲੱਗ ਜਾਂਦਾ ਹੈ ਜਿਹੜੇ ਭਰਪੂਰ ਨੇ, ਜਿਹੜੇ ਭਰੇ ਪਏ ਨੇ। ਸਾਨੂੰ ਲੱਗਦਾ ਹੁੰਦਾ ਵੀ ਸਾਰੀਆਂ ਭੁੱਖਾਂ ਖੁਣੀ ਬਾਹਰਲੇ ਪਦਾਰਥਾਂ ਨਾਲ ਹੀ ਮਿਟਦੀਆਂ, ਨਹੀਂ। ਤੁਸੀਂ ਕਿਤੇ ਨੋਟ ਕੀਤਾ, ਤੁਹਾਨੂੰ ਕੋਈ ਅੱਤ ਦੀ ਖੁਸ਼ੀ ਹੋਵੇ, ਅੱਤ ਦਾ ਕੋਈ ਮੌਕਾ ਇਹੋ ਜਿਹਾ ਬਣਿਆ ਹੋਵੇ, ਤਾਂ ਉਦੋਂ ਛੇਤੀ ਕਿਤੇ ਖਾਣ ਨੂੰ ਵੀ ਜੀ ਨਹੀਂ ਕਰਦਾ, ਪਤਾ ਹੀ ਨਹੀਂ ਲੱਗਦਾ ਸਾਰਾ ਦਿਨ ਕਿਵੇਂ ਲੰਘ ਗਿਆ। ਆਪਾਂ ਕਈ ਵਾਰ ਆਥਣੇ ਉਹ ਅੱਜ ਤਾਂ ਕੁਛ ਖਾਧਾ ਵੀ ਨਹੀਂ, ਕਿਉਂਕਿ ਚਾਅ ਹੀ ਇੰਨਾ ਹੁੰਦਾ ਉਹ ਅਵਸਥਾ ਦਾ, ਉਹ ਮਿਲਾਪ ਦਾ, ਉਹ ਰੌਂ ਦਾ। ਇਹ ਚੀਜ਼ਾਂ ਮੈਟਰ ਹੀ ਨਹੀਂ ਕਰਦੀਆਂ। ਤੇ ਕਦੇ ਇਹ ਦੇਖਿਆ ਕੋਈ ਦੁੱਖ ਆ ਜਾਵੇ, ਕਦੇ ਜਾਗ ਕੇ ਰਹਿਣਾ ਪੈ ਜੇ, ਕਿਤੇ ਹੌਸਪੀਟਲ 'ਚ ਕਿਸੇ ਕੋਲ ਰਹਿਣਾ ਪੈ ਜੇ, ਬਿੰਦੇ ਬਿੰਦੇ ਘੜੀ ਦੇਖੋ, 15 ਮਿੰਟ ਹੀ ਮਸਾਂ ਲੰਘਦੇ ਆ, 5 ਮਿੰਟ ਹੀ ਐਂ ਲੱਗਦਾ ਟਾਈਮ ਪੀਸ ਉੱਥੇ ਹੀ ਖੜ ਗਿਆ। ਕਿਉਂ ਹੁੰਦਾ ਇਹ? ਕਿਉਂਕਿ ਮਿਲਾਪ ਦੀਆਂ ਘੜੀਆਂ ਸਮਾਂ ਹੋਰ ਕਰ ਦਿੰਦੀਆਂ, ਜ਼ਿੰਦਗੀ ਸਵਰ ਜਾਂਦੀ ਹੈ ਜਦੋਂ ਅਸੀਂ ਸਵਾਸਾਂ ਦੇ ਸੰਗ ਕਰਾਂਗੇ ਨਾ, ਸਾਸ ਸਾਸ ਮਨ ਸਿਮਰਾਂਗੇ, ਸਿਮਰਨ ਚਿੱਤ ਦੇ ਵਿੱਚ ਆਉਂਦੇ ਜਾਂਦੇ ਸਵਾਸਾਂ ਦਾ ਸਿਮਰਨ ਰੱਖਾਂਗੇ। ਇਹ ਪਵਨ ਗੁਰੂ ਦੇ ਚਰਨ ਧਿਆਉਣ ਵਾਂਗ ਹੈ, ਅੰਦਰ ਜਾਂਦਾ ਸਵਾਸ, ਬਾਹਰ ਆਉਂਦਾ ਸਵਾਸ, ਸਭ ਤੋਂ ਨੇੜੇ ਦਾ ਰਸਤਾ ਸਾਂਸੋਂ ਕੀ ਮਾਲਾ ਪੇ ਸਿਮਰੂ ਤੇਰਾ ਨਾਮ। ਇਹ ਬਹੁਤ ਮਸ਼ਹੂਰ ਆ। ਇਹ ਸਵਾਸਾਂ ਦੀ ਮਾਲਾ ਪਕੜ ਲਓ। ਬਾਹਰਲੀ ਮਾਲਾ ਵੀ ਤਾਂ ਪਕੜਾਈ ਜਾਂਦੀ, ਉਹ ਪਹਿਲੀ ਕਲਾਸ ਵਾਲੀ ਗੱਲ ਹੀ ਆ, ਆਂਗਣਵਾੜੀ ਵਾਲੀ, ਜਿਵੇਂ ਊੜਾ ਉੱਠ, ਕਿਉਂਕਿ ਛੇਤੀ ਮਨ ਸਵਾਸਾਂ 'ਤੇ ਨਹੀਂ ਆਉਂਦਾ। ਇੱਕ ਵਾਰੀ ਮਾਲਾ ਤਿੱਕਰੀ ਆ ਜੇ, ਫਿਰ ਉਹਦਾ ਵੀ ਤਜਰਬਾ ਦੇਖਿਓ, ਮਾਲਾ ਫੇਰੀ ਚੱਲੋ, ਜਦੋਂ ਹੀ ਮਨ ਕਿਤੇ ਹੋਰ ਤੁਰ ਗਿਆ, ਮਨ ਘਰ ਰੁਕ ਜਾਣਾ, ਫਿਰ ਯਾਦ ਆਉਂਦਾ ਵੀ ਹਾਂ ਫਿਰ ਲੱਗ ਜਾਓ। ਇਹ ਟਾਈਮ 'ਤੇ ਸਾਰਾ ਕੁਛ ਕੰਮ ਕਰਦਾ। ਬਾਹਰੀ ਧੂਪ ਜੋਤ ਜਲ ਕੋਲ ਰੱਖਣਾ, ਇਹ ਸਾਰੇ ਟੂਲ ਆ ਉੱਧਰ ਨੂੰ ਜਾਣ ਦੇ, ਸੈਟਿੰਗਾਂ ਕਰਨ ਦੇ ਟੂਲ ਆ। ਇਹ ਖੁਸ਼ੀਆਂ ਨਾਲ ਕਰੋ, ਪਰ ਅੱਗੇ ਵੱਧਦੇ ਜਾਓ, ਅੱਗੇ ਵੱਧਦੇ ਜਾਓ।
ਜਿਵੇਂ ਜਿਵੇਂ ਅੱਗੇ ਵਧੋਗੇ ਇਹ ਚੀਜ਼ਾਂ ਪਿੱਛੇ ਰਹਿੰਦੀਆਂ ਜਾਣੀਆਂ। ਜ਼ਰੂਰੀ ਨਹੀਂ ਸਾਰੀ ਜ਼ਿੰਦਗੀ ਇੱਕ ਚੀਜ਼ ਹੀ ਪਕੜੀ ਰੱਖਣੀ ਹੈ ਸਿਰਫ ਦੂਜਿਆਂ ਦੇ ਡਰ ਕਰਕੇ ਕਿ ਦੂਜੇ ਕਹਿਣਗੇ ਅੱਜ ਕਿਉਂ ਨਹੀਂ ਐਂ ਕਰਦਾ। ਇਹ ਦੂਜਿਆਂ ਨੂੰ ਤਾਂ ਛੱਡ ਦਿਓ ਪਹਿਲੇ ਦਿਨ ਤੋਂ ਹੀ। ਤੁਸੀਂ ਉਹ ਕਰੋ ਜੋ ਅੰਦਰੋਂ ਪਤਾ ਲੱਗ ਰਿਹਾ ਅਤੇ ਇੱਧਰੋਂ ਗੁਰੂ ਗ੍ਰੰਥ ਸਾਹਿਬ 'ਚੋਂ ਤੁਹਾਨੂੰ ਸੇਧ ਮਿਲ ਰਹੀ ਹੈ। ਗੁਰੂ ਕੀ ਕਹਿੰਦੇ ਨੇ ਅੱਗੇ ਵਾਸਤੇ ਉਹ ਕਰਨਾ। ਅਤੇ ਸਤਿਗੁਰਾਂ ਨੇ ਇਹ ਮੁੱਖ ਵਾਕ ਅੱਜ ਆਪਣੀ ਝੋਲੀ ਪਾਇਆ। ਬੜੀ ਕਿਰਪਾ ਕੀਤੀ ਹੈ, ਬੜੀ ਰਹਿਮਤ ਕੀਤੀ ਹੈ। ਸਤਿਗੁਰੂ ਮਿਹਰ ਕਰਨ ਕਿ ਆਪਾਂ ਇਸੇ ਤਰ੍ਹਾਂ ਸਤਿਗੁਰਾਂ ਦੇ ਦਿੱਤੇ ਹੋਏ ਬਚਨ ਸਾਂਝੇ ਕਰਦੇ ਰਹੀਏ। ਇਸੇ ਦੌਰਾਨ ਹੀ ਨਾਲ ਤੁਹਾਨੂੰ ਬੇਨਤੀ ਹੈ ਕਿ ਜੇ ਤੁਹਾਨੂੰ ਸਕੂਨ ਆਉਂਦਾ, ਸਮਝ ਵੱਧਦੀ ਆ, ਤਾਂ ਜ਼ਰੂਰ ਆਪਣੇ ਬੱਚਿਆਂ ਨੂੰ, ਭੈਣ ਭਰਾਵਾਂ ਨੂੰ ਕਹੋ ਕਿ ਇਹਨੂੰ ਸੁਣੋ, ਬਾਣੀ ਨੂੰ, ਗੁਰੂ ਸਾਹਿਬ ਦੇ ਹੁਕਮਾਂ ਨੂੰ ਸੁਣੋ। ਇਹ ਚੈਨਲ ਨੂੰ ਮਾਂਦੇਸਾਂ.ਜਸਵੀਰ ਸਿੰਘ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਤਾਂ ਕਿ ਇਹ ਦੱਸੀ ਹੋਈ ਗੱਲ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦੀਆਂ ਕੀਤੀਆਂ ਬਖਸ਼ਿਸ਼ਾਂ ਅੱਜ ਕੱਟੜਤਾ ਦੇ ਰੋਗ ਨੂੰ ਦੂਰ ਕਰਨ ਲਈ ਇਹ ਬਹੁਤ ਜ਼ਰੂਰੀ ਹੈ। ਸਾਨੂੰ ਘੁਣ ਵਾਂਗੂ ਲੱਗ ਚੁੱਕਿਆ ਇੱਕ ਰੋਗ ਕੱਟੜਤਾ ਦਾ। ਅਸੀਂ ਪੂਰੀ ਦੁਨੀਆ ਨੂੰ ਸਾਂਝੀਵਾਲ ਬਣਾਉਣਾ ਸੀ, ਇਹ ਜੱਗ ਸੱਚੇ ਕੀ ਕੋਠੜੀ ਬਣਾਉਣੀ ਸੀ। ਸਾਡੇ ਲਈ ਤਾਂ ਸਾਰੇ ਹੀ ਉਹਦਾ ਰੂਪ ਬਣ ਜਾਣੇ ਸੀ। ਗੁਰੂ ਨਾਨਕ ਨੇ ਐਡਾ ਵੱਡਾ ਇਨਸਾਨੀਅਤ ਦਾ ਧਰਮ ਦਿੱਤਾ ਸੀ। ਅੱਜ ਅਸੀਂ ਆਪਣੇ ਆਪੇ ਤੋਂ ਵੀ ਦੂਰ ਹੋ ਰਹੇ ਹਾਂ। ਆਪਦੇ ਭੈਣ ਭਰਾਵਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਦੂਰ ਕਰ ਰਹੇ ਹਾਂ। ਅਸੀਂ ਉਹ ਚੀਜ਼ ਤੋਂ ਬਹੁਤ ਦੂਰ ਚਲੇ ਗਏ ਹਾਂ ਜੋ ਗੁਰੂ ਨਾਨਕ ਸਾਹਿਬ ਸਾਨੂੰ ਦੇ ਕੇ ਗਏ, 10 ਪਾਤਸ਼ਾਹੀਆਂ ਦੇ ਕੇ ਗਈਆਂ। ਅੱਜ ਤਾਂ ਅਸੀਂ ਢੰਗ ਨਾਲ ਕਿਸੇ ਨਾਲ ਗੱਲ ਕਰਨ ਨੂੰ ਰਾਜੀ ਨਹੀਂ, ਕਿਉਂਕਿ ਅਸੀਂ ਦੂਰ ਹੋ ਚੁੱਕੇ ਹਾਂ। ਕੋਸ਼ਿਸ਼ ਕਰੀਏ ਸਭ ਨੂੰ ਕਲਾਵੇ 'ਚ ਲਈਏ, ਗੁਰੂ ਨਾਨਕ ਦੇ ਮਿਸ਼ਨ ਨੂੰ ਸਮਝੀਏ ਕਿ ਇਹ ਓਂਕਾਰ ਦਾ ਪਸਾਰਾ ਸਾਰਾ ਸੰਸਾਰ, ਇਹ ਜੱਗ ਸੱਚੇ ਦੀ ਕੋਠੜੀ ਆ। ਜਿੱਥੇ ਵੀ ਬੈਠਾ ਕੋਈ ਉਹਨੂੰ ਧਿਆਈ ਜਾਂਦਾ। ਬਾਣੀ 'ਚ ਆਉਣਗੇ ਇਹੋ ਜਿਹੇ ਸ਼ਬਦ, ਆਪਾਂ ਸਪੈਸ਼ਲ ਵੀ ਲਿਆ ਕਰਾਂਗੇ। ਉਹਨੂੰ ਮੁਬਾਰਕ ਆ। ਸਾਰਿਆਂ ਕੋਲ ਅਸੀਂ ਪਹੁੰਚ ਹੀ ਨਹੀਂ ਸਕਦੇ। ਜ਼ਰੂਰੀ ਤਾਂ ਨਹੀਂ ਸਾਡੇ ਰਾਹੀਂ ਨਾਮ ਜਪੇ ਅਗਲਾ, ਜਿਹਦੇ ਰਾਹੀਂ ਮਰਜ਼ੀ ਜਪੇ। ਨਾ ਵੀ ਜਪੇ ਤਾਂ ਵੀ ਠੀਕ ਹੈ, ਕਿਉਂਕਿ ਆਸਤਕ ਨਾਸਤਕ ਉਹਦੀਆਂ ਖੇਡਾਂ। ਜਦੋਂ ਬਾਣੀ ਪੜਾਂਗੇ ਤੁਹਾਨੂੰ ਪਤਾ ਲੱਗਣਾ ਕਿ ਜਿੱਥੇ ਵੀ ਕਿਸੇ ਨੂੰ ਲਾਉਂਦਾ ਮਾਲਕ ਆਪ ਲਾਉਂਦਾ। ਅਸੀਂ ਵਿੱਚ ਇੰਟਰਫੇਅਰ ਨਾ ਕਰੀਏ। ਅਸੀਂ ਜਦੋਂ ਇਹ ਚੱਕਰਾਂ 'ਚ ਪੈਂਦੇ ਹਾਂ ਦੁਖੀ ਬਹੁਤ ਹੁੰਦੇ ਹਾਂ। ਇਹੀ ਸਮਝ ਆਉਂਦੀ ਹੈ ਸਾਨੂੰ ਕਿ ਜਿੱਥੇ ਵੀ ਕੋਈ ਲੱਗਿਆ ਲੱਗਿਆ ਰਹਿਣ ਦਿਓ। ਤੁਹਾਡੇ ਕੋਲੇ ਚੱਲ ਕੇ ਆਉਂਦਾ ਕੋਈ, ਤੁਹਾਡੀ ਸਰਨ 'ਚ ਆਉਂਦਾ, ਉਦੋਂ ਆ ਕੇ ਪੁੱਛਦਾ ਹੱਥ ਜੋੜ ਕੇ ਕਿ ਮੈਨੂੰ ਦੱਸੋ ਤੁਸੀਂ ਕਿਵੇਂ ਖੁਸ਼ ਰਹਿੰਦੇ ਹੋ, ਤੁਸੀਂ ਕਿਵੇਂ ਚੜ੍ਹਦੀ ਕਲਾ 'ਚ ਰਹਿੰਦੇ ਹੋ, ਤੁਹਾਡੇ 'ਤੇ ਇੰਨੀ ਕਿਰਪਾ ਕਿਵੇਂ ਹੈ। ਜਿੱਥੇ ਖੜ੍ਹ ਜਾਂਦੇ ਹੋ ਸ਼ਾਂਤੀ ਸ਼ਾਂਤੀ ਹੋ ਜਾਂਦੀ ਹੈ, ਖੁਸ਼ੀਆਂ ਆ ਜਾਂਦੀਆਂ, ਹਾਸੇ ਠੱਠੇ ਚੱਲ ਪੈਂਦੇ ਆ। ਮੈਨੂੰ ਵੀ ਦੱਸੋ, ਉਦੋਂ ਦੱਸ ਦਿਓ। ਸਾਡਾ ਤਾਂ ਹੁਣ ਸਿਸਟਮ ਇਹ ਬਣ ਚੁੱਕਿਆ ਬਹੁਤ ਜ਼ਿਆਦਾ ਕਿ ਕੱਟੜਤਾ ਵਾਲੀਆਂ ਗੱਲਾਂ ਕਰਨ ਵਾਲੀਆਂ ਲੋਕ ਅੱਗੇ ਆ ਰਹੇ ਆ। ਜਿਹੜੇ ਸਾਧੂ ਲੋਕ ਆ, ਸੰਤ ਲੋਕ ਆ, ਜੋ ਬਾਣੀ ਦੀ ਗੱਲ ਕਰਨ ਵਾਲੇ ਆ, ਪਿਆਰ ਦੀ ਗੱਲ ਕਰਨ ਵਾਲੇ ਆ, ਉਹ ਚੁੱਪ ਹੋ ਰਹੇ ਆ ਕਿ ਆਪਾਂ ਕੀ ਲੈਣਾ। ਪਰ ਇਹ ਇਸ ਤਰ੍ਹਾਂ ਹੀ ਚੱਲਣਾ, ਕਿਉਂਕਿ ਜੇ ਅਸਲੀਅਤ ਨਾ ਦੱਸੀ ਗਈ ਤਾਂ ਹੌਲੀ ਹੌਲੀ ਹਾਲੇ ਤਾਂ ਸਾਲ ਹੀ 500 ਹੋਇਆ। ਸਮਾਂ ਬੜਾ ਲੰਬਾ ਹੁੰਦਾ। ਜੋ ਡਿਊਟੀਆਂ ਜਿਹਨੂੰ ਸਮਝ ਆ ਬਾਣੀ ਦੀ, ਉਹ ਗੁਰਬਾਣੀ ਦੀ ਗੱਲ ਕਰੋ। ਵਾਰੀ ਲੇਖਕਾਂ ਦੀਆਂ ਲਿਖੀਆਂ ਹੋਈਆਂ ਗੱਲਾਂ, ਗੁਰੂ ਸਾਹਿਬਾਂ ਦੇ ਜਾਣ ਤੋਂ ਬਾਅਦ ਬਣਾਈਆਂ ਹੋਈਆਂ ਗੱਲਾਂ, ਉਹਨਾਂ ਤੋਂ ਇੱਕ ਵਾਰੀ ਪਾਸੇ ਹੋ ਕੇ ਸਿਰਫ ਗੁਰਬਾਣੀ ਦੀ ਗੱਲ ਕਰੋ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਅੰਦਰ ਕਿਵੇਂ ਜਾ ਸਕਦੇ ਹਾਂ, ਆਪਣੇ ਆਪੇ ਨੂੰ ਕਿਵੇਂ ਜਾਣ ਸਕਦੇ ਹਾਂ, ਸਕੂਨ 'ਚ ਕਿਵੇਂ ਆ ਸਕਦੇ ਹਾਂ। ਉਹਨੂੰ ਜਾਣਨ ਤੋਂ ਬਾਅਦ ਫਿਰ ਤੁਸੀਂ ਕਿੱਥੇ ਡਿਊਟੀ ਕਰਦੇ ਹੋ, ਕਿਹੋ ਜਿਹਾ ਤੁਸੀਂ ਮਿਸ਼ਨ ਅਪਣਾਉਣਾ ਚਾਹੁੰਦੇ ਹੋ, ਬਾਅਦ ਦੀਆਂ ਗੱਲਾਂ। ਸਤਿਗੁਰਾਂ ਨੇ ਪਹਿਲਾਂ ਸੰਤ ਬਣਾਇਆ, ਪਹਿਲਾਂ ਸੰਤ ਪੂਰੇ ਹੋ ਜਾਈਏ, ਫਿਰ ਸਿਪਾਹੀ ਬਣਾਇਆ। ਪਹਿਲਾਂ ਸਿਪਾਹੀ ਬਣ ਕੇ ਸੰਤ ਨਹੀਂ ਹੁੰਦੇ। ਕਾਰਨ ਇਹੀ ਲੜਾਈਆਂ ਝਗੜਿਆਂ ਦੇ ਹੋ ਚੱਲੇ ਆ ਕਿ ਸਿਪਾਹੀ ਸਿੱਧੇ ਬਣੀ ਜਾ ਰਹੇ ਆ। ਗੁਰਬਾਣੀ ਕੋਲ ਹੈ ਨਹੀਂ, ਗੁਰਬਾਣੀ ਦਾ ਅਧਿਐਨ ਹੈ ਨਹੀਂ। ਇਹਦਾ ਕਰਕੇ ਫਿਰ ਉਹ ਗੱਲ ਦਾ ਹੀ ਨਹੀਂ ਪਤਾ ਕਿ ਅਸੀਂ ਕਿਹੜੀ ਗੱਲ ਕਰਨੀ ਹੈ, ਕਿਹੜੀ ਨਹੀਂ ਕਰਨੀ। ਗੁਰੂ ਨਾਨਕ ਦੇ ਦਰ ਦੇ ਸੇਵਕਾਂ ਦਾ ਤਾਂ ਹਿਰਦਾ ਐਡਾ ਵਿਸ਼ਾਲ ਹੋਣਾ ਚਾਹੀਦਾ ਕਿ ਉਹਨਾਂ ਲਈ ਤਾਂ ਪੂਰੀ ਕਾਇਨਾਤ ਦੇ ਲੋਕ ਇੱਕ ਆ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਅਤੇ ਸਭ ਦੇ ਵਿੱਚ ਉਹਨੂੰ ਸਾਹਿਬ ਦਿਸੇ। ਸਾਡੇ ਤਾਂ ਸਾਹਿਬ ਨੇ ਜਿਹੜੇ ਮਾਰਨ ਆਏ ਸੀ ਨਾ ਚੜ੍ਹ ਕੇ, ਜਿਹੜੇ ਦਾਅਵਾ ਕਰਕੇ ਆਏ ਸੀ ਕਿ ਅਸੀਂ ਸਿਰ ਵੱਢ ਕੇ ਲਿਆਵਾਂਗੇ ਗੁਰੂ ਗੋਬਿੰਦ ਸਿੰਘ ਦਾ, ਉਹੀ ਜੰਗ ਦੇ ਵਿੱਚ ਭਾਈ ਘਨੱਈਆ ਜੀ ਪਾਣੀ ਪਿਆਉਂਦੇ ਸੀ। ਅਤੇ ਜਦੋਂ ਉਹ ਜ਼ਖਮੀ ਹੋਏ ਤਾਂ ਪਾਣੀ ਪਿਆਇਆ, ਸ਼ਿਕਾਇਤ ਹੋਈ, ਤਾਂ ਤੁਸੀਂ ਸੋਚ ਸਕਦੇ ਹੋ ਕਿ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਉਹਨਾਂ ਦਾ ਚਿੱਤ ਕਿੱਡਾ ਔਖਾ ਹੋਣਾ ਕਿ ਅਸੀਂ ਤਾਂ ਕਿੰਨੇ ਔਖੇ ਹੋ ਕੇ ਲੜਦੇ ਮਾਰਦੇ ਹਾਂ, ਪਾਣੀ ਪਿਆ ਦਿੰਦਾ।
ਆਪਦੇ ਜਾਣੀ ਤਾਂ ਉਹ ਬੜੀ ਖਿੱਚ ਕੇ ਲਗਾਏ ਸੀ ਉਹਨੂੰ, ਭਾਈ ਕਨ੍ਹਈਆ ਨੂੰ, ਕਿ ਆਹ ਦੇਖੋ ਜੀ ਕੀ ਕਰਦਾ, ਦੁਸ਼ਮਣਾਂ ਨੂੰ ਤਕੜੇ ਕਰੀ ਜਾਂਦਾ। ਤੇ ਜੇ ਇਹੋ ਜਿਹੀਆਂ ਸੋਚਾਂ, ਜਿਹੋ ਜਿਹੀਆਂ ਕੱਟੜਤਾ ਦੀਆਂ ਸੋਚਾਂ ਅੱਜ ਕੱਲ੍ਹ ਚੱਲ ਰਹੀਆਂ ਦੇ ਮਾਲਕ ਸਤਿਗੁਰੂ ਹੁੰਦੇ ਤਾਂ ਉਹਨੂੰ ਡੰਡ ਦੇ ਦਿੰਦੇ, ਉੱਥੇ ਹੀ ਖਤਮ ਕਰਵਾ ਦਿੰਦੇ। ਪਰ ਸਤਿਗੁਰਾਂ ਨੇ ਜੋ ਗੁਰੂ ਨਾਨਕ ਤੋਂ ਲੈ ਕੇ 9 ਪਾਤਸ਼ਾਹੀਆਂ ਨੇ ਸਿੱਖਿਆ ਦਿੱਤੀ ਹੋਈ ਸੀ, ਤੇ ਭਾਈ ਕਨ੍ਹਈਆ ਤੇ ਉਹਦੇ ਮਾਤਾ ਪਿਤਾ 9ਵੇਂ ਪਾਤਸ਼ਾਹ ਦੇ ਸਿੱਖ ਸੀ, ਉਹਨਾਂ ਤੋਂ ਸਿੱਖੇ ਹੋਏ ਸੀ ਕਿ ਸਭ 'ਚ ਉਹੀ ਜਾਣਨਾ। ਤੇ ਸਤਿਗੁਰਾਂ ਨੇ ਹੱਸ ਕੇ ਹਿੱਕ ਨਾਲ ਲਾਇਆ ਕਿ ਬ੍ਰਹਮ ਗਿਆਨ ਦੀ ਦਾਤ ਜਿਹੜੀ ਤੁਹਾਨੂੰ ਮਿਲੀ ਹੋਈ ਹੈ ਪਿਤਾ ਜੀ ਤੋਂ, ਇਹ ਠੀਕ ਹੈ, ਤੁਸੀਂ ਧੰਨ ਹੋ, ਇਹੋ ਜਿਹੇ ਮੌਕੇ ਵੀ ਉਹਨੂੰ ਕਾਇਮ ਰੱਖ ਸਕੇ। ਤੁਹਾਨੂੰ ਬੈਰੀ ਨਹੀਂ ਦਿਸਿਆ, ਉਹਦੇ 'ਚ ਵੀ ਰੱਬ ਦਿਸਿਆ। ਧੰਨ ਆ ਭਾਈ ਕਨ੍ਹਈਆ ਤੂੰ, ਆਹ ਲੈ ਮੱਲਮ ਦੀ ਡੱਬੀ, ਹੁਣ ਜ਼ਖਮਾਂ ਤੇ ਮੱਲਮ ਵੀ ਲਾ ਦਿਆ ਕਰ, ਕਿਉਂਕਿ ਆਪਣਾ ਬੰਦਿਆਂ ਨਾਲ ਵੈਰ ਨਹੀਂ, ਜਿਹੜਾ ਗਲਤ ਕੰਮ ਉਹ ਕਰ ਰਹੇ ਆ ਉਹਦੇ ਨਾਲ ਵੈਰ ਹੈ। ਜਦੋਂ ਹੀ ਉਹ ਕੰਮ ਪਿੱਛੇ, ਕੰਮ ਵੀ ਕੀ ਕਰ ਰਹੇ ਸੀ, ਆ ਕੇ ਕਿਲੇ 'ਚ ਆ ਕੇ ਹਮਲੇ ਕਰਦੇ ਆ ਉੱਤੇ, ਘਰੇ ਬੈਠਿਆਂ ਨੂੰ ਜਿਉਣ ਨਹੀਂ ਦਿੰਦੇ, ਤਾਂ ਹਥਿਆਰ ਚੱਕਿਆ। ਸਤਿਗੁਰੂ ਕਦੇ ਕਿਸੇ ਤੇ ਹਮਲਾ ਕਰਨ ਨਹੀਂ ਗਏ। 17-18 ਜੰਗਾਂ ਹੋਈਆਂ, ਇੱਕ ਵਾਰੀ ਵੀ ਪਾਤਸ਼ਾਹ ਦੇ ਸਿੰਘ ਤੇ ਪਾਤਸ਼ਾਹ ਹਮਲਾ ਕਰਨ ਨਹੀਂ ਗਏ ਹੈ। ਜਦੋਂ ਕੋਈ ਘਰੇ ਬੈਠੇ ਨੂੰ ਵੀ ਜਿਉਣ ਨਾ ਦੇਊਗਾ, ਤੇ ਮਹਾਰਾਜ ਨੇ ਕਿਹਾ ਕਿ ਫਿਰ ਐਂਡ ਨੂੰ ਹਥਿਆਰ ਚੱਕ ਲੈਣਾ ਤਾਂ ਭਾਈ ਇਨਸਾਨ ਦਾ ਫਰਜ਼ ਹੈ। ਐਂ ਵੀ ਫਿਰ ਆਪਣੇ ਆਪੇ ਨੂੰ ਵੀ ਨਹੀਂ ਗਵਾਉਣਾ, ਕਿਸੇ ਦੂਸਰੇ ਨੂੰ ਰੱਬ ਮੰਨ ਕੇ ਆਪ ਨੂੰ ਜਮ੍ਹਾਂ ਮਿੱਟੀ ਵੀ ਨਹੀਂ ਕਰਨਾ, ਆਪ ਨੂੰ ਵੀ ਰੱਬ ਜਾਣਨਾ, ਆਪ ਨੂੰ ਵੀ ਕਰਤੇ ਦੀ ਅੰਸ਼ ਜਾਣਨਾ, ਅਣਖ ਨਾ ਰੜਕਣਾ, ਗੜਸ ਨਾ ਰਹਿਣਾ, ਫਿਰ ਵਾਂਗ ਵੀ ਦੇਣਾ ਜੇ ਵਾਹਲਾ ਸਿਰ ਚੜ੍ਹਦਾ। ਇਹ ਪਾਤਸ਼ਾਹ ਦਾ ਸਿਧਾਂਤ ਹੈ, ਪਰ ਚੱਲ ਕੇ ਜਾ ਕੇ ਨਹੀਂ। ਕਿੰਨੀ ਵੱਡੀ ਸਾਡੇ ਸਾਹਮਣੇ ਉਦਾਹਰਨ ਆ ਭਾਈ ਕਨ੍ਹਈਏ ਵਾਲੀ, ਕਿ ਇਹੋ ਜਿਹੇ ਹਾਲਾਤਾਂ ਵਿੱਚ ਵੀ ਸਤਿਗੁਰਾਂ ਨੇ ਉਸੇ ਗੱਲ ਨੂੰ ਮੁੱਖ ਰੱਖਿਆ ਜੋ ਗੁਰੂ ਸਾਨੂੰ ਦੇ ਕੇ ਗਏ ਆ। ਸਾਡੇ ਤੇ ਤਾਂ ਇਹੋ ਜਿਹੇ ਹਾਲਾਤ ਵੀ ਨਹੀਂ, ਅਸੀਂ ਤਾਂ ਐਵੇਂ ਲੜੀ ਜਾਂਦੇ ਹਾਂ, ਐਵੇਂ ਕਿ ਸਾਡੇ ਆਖੇ ਨਹੀਂ ਕੋਈ ਇੱਧਰ ਨੂੰ ਆ ਰਿਹਾ, ਫਲਾਨਾ ਉੱਧਰ ਕੋਈ ਜਾ ਰਿਹਾ, ਫਲਾਨਾ ਉੱਧਰ ਕੋਈ ਜਾ ਰਿਹਾ। ਵੀ ਆਪੋ ਆਪਣੀ ਟਾਈਮ ਹੈ, ਆਪੋ ਆਪਣਾ ਪ੍ਰਚਾਰ ਹੈ, ਜਿਹੜਾ ਕੋਈ ਕਰਦਾ ਉਹ ਲੈ ਜਾਂਦਾ। ਕਿਉਂਕਿ ਜਿਹੜੀ ਪੂਰੀ ਕਾਇਨਾਤ ਆ, ਹੁਣ ਮੰਨ ਲਓ ਵੀ ਬੱਚਿਆਂ ਨੂੰ, ਆਪਾਂ ਨੂੰ ਭੁੱਖ ਲੱਗੀ, ਆਪਾਂ ਕਿਤੇ ਗਏ ਵੇ ਆ, 4-5 ਢਾਬੇ ਆ ਉੱਥੇ, ਹਰ ਢਾਬੇ ਵਾਲਾ ਆਵਾਜ਼ਾਂ ਮਾਰ ਰਿਹਾ, ਉਹਨਾਂ ਨੇ ਬੰਦੇ ਸੱਦੇ ਹੋਏ ਆ। ਹੁਣ ਆਪਾਂ ਤਾਂ ਭੁੱਖ ਮਿਟਾਉਣੀ ਆ ਨਾ, ਆਪਾਂ ਨੂੰ ਜਿਹੜਾ ਸੱਦ ਕੇ ਲੈ ਗਿਆ, ਜਿਹਨੇ ਵੱਧ ਜ਼ੋਰ ਪਾ ਲਿਆ, ਆਪਾਂ ਜਾ ਕੇ ਭੁੱਖ ਮਿਟਾ ਲੈਣੀ ਆ। ਆਪਣਾ ਮਤਲਬ ਤਾਂ ਭੁੱਖ ਮਿਟਾਉਣ ਨਾਲ ਆ, ਕਿਉਂਕਿ ਉਸ ਵੇਲੇ ਭੁੱਖ ਲੱਗੀ ਹੋਈ ਹੈ। ਹੁਣ ਦੂਜੇ ਹਮਲੇ ਕਰਨ, ਆ ਕੇ ਲੜਨ, ਉਹਨੂੰ ਕੁੱਟਣ ਕਿ ਤੇਰੇ ਕਿਉਂ ਇੰਨੇ ਜਾਣੇ ਖੜਦੇ ਆ, ਵੀ ਉਹਦੀ ਪ੍ਰਲੱਭ ਦਾ ਜਾਂ ਉਹਦੀ ਹਿੰਮਤ ਆ, ਤੁਸੀਂ ਕਰ ਲਓ ਹਿੰਮਤ, ਇਹ ਤਾਂ ਇੰਨੀ ਕੁ ਗੱਲ ਹੀ ਆ। ਪਰ ਮਾੜਾ ਕਹਿਣਾ, ਲੜਨਾ ਨਹੀਂ। ਇਹ ਗੱਲ ਤਾਂ ਭੁੱਲਣੀ ਨਹੀਂ ਕਿ ਕਰਤੇ ਦੀ ਅੰਸ਼ ਹੈ ਸਾਰੇ, ਕੋਈ ਵੀ ਹੈ ਭਾਵੇਂ ਹੋ। ਇਦੋਂ ਵੱਧ ਤਾਂ ਕੋਈ ਹਮਲਾ ਨਹੀਂ ਕਰ ਸਕਦਾ ਕਿ ਗੁਰੂ ਸਾਹਿਬ ਦੇ ਉੱਤੇ ਹਮਲਾ ਕੀਤਾ ਘਰੇ ਆ ਕੇ। ਜੇ ਹਮਲਾ ਕਰਨ ਵਾਲਿਆਂ ਦੇ ਵੇਲੇ ਵੀ ਸਤਿਗੁਰਾਂ ਨੇ ਉਹ ਸਿਧਾਂਤ ਨਹੀਂ ਛੱਡਿਆ ਕਿ ਇਹਨਾਂ 'ਚ ਵੀ ਰੱਬ ਹੈ, ਤਾਂ ਫਿਰ ਅਸੀਂ ਕਿਉਂ ਛੱਡੀ ਫਿਰਦੇ ਹਾਂ, ਅਸੀਂ ਉਹੀ ਗਲ ਪੈਂਦੇ ਹਾਂ। ਇਹ ਚੀਜ਼ ਨੂੰ ਸਮਝੀਏ, ਜਾਣੀਏ ਸਾਡੇ ਸਤਿਗੁਰਾਂ ਦਾ ਜੀਵਨ, ਸਤਿਗੁਰਾਂ ਨੇ ਸਾਨੂੰ ਦਿੱਤਾ ਕੀ ਆ ਅਸਲ ਦੇ ਵਿੱਚ। ਇਨਸਾਨੀਅਤ ਦਾ ਧਰਮ ਖੜਾ ਕੀਤਾ, ਖਾਲਸੇ ਨੂੰ ਅਕਾਲ ਪੁਰਖ ਦੀ ਫੌਜ ਬਣਾਇਆ, ਜਿਹਦਾ ਹਰ ਇੱਕ ਆਸਰਾ ਤੱਕ ਸਕਦਾ ਕਿ ਮੇਰੀ ਮਦਦ ਕਰੂਗਾ। ਇਹ ਚੀਜ਼ਾਂ ਅਸੀਂ ਜਾਣਨੀਆਂ, ਪਰ ਪਹਿਲਾਂ ਸਾਡੇ ਕੋਲੇ ਗੁਰੂ ਨਾਨਕ ਤੋਂ ਲੈ ਕੇ 10 ਪਾਤਸ਼ਾਹੀਆਂ ਸੰਤਾਂ ਭਗਤਾਂ ਦੀ ਜੋ ਬਾਣੀ ਸਾਨੂੰ ਬਖਸ਼ਿਸ਼ ਕੀਤੀ, ਉਹ ਪੜ੍ਹੀਏ, ਸੁਣੀਏ। ਨਹੀਂ ਪੜ੍ਹਨ ਦਾ ਟਾਈਮ ਸੁਣ ਲਈਏ, ਅੱਜ ਤਾਂ ਬਹੁਤ ਕੁਛ ਹੈ। ਜਾਣੀਏ ਫਿਰ ਇਹਨਾਂ ਸੂਤਰਾਂ ਨੂੰ। ਜਿੰਨਾ ਚਿਰ ਆਪਣੇ ਆਪੇ ਦੇ ਨੇੜੇ ਨਹੀਂ ਆਉਂਦੇ, ਬੈਠਦੇ ਨਹੀਂ ਹਾਂ, ਇਹ ਗੱਲ ਨੂੰ ਸਾਂਭਦੇ ਨਹੀਂ, ਉਹਨਾਂ ਚਿਰ ਗੱਲ ਬਣਦੀ ਨਹੀਂ। ਹੁਣ ਇੱਕ ਗੱਲ ਹੋਰ ਜਿਹੜੀ ਸਾਡੇ ਨਾਲ ਇੱਥੇ ਹੁੰਦੀ ਰਹਿੰਦੀ ਹੈ, ਸੰਗਤ ਆਉਂਦੀ ਆ, ਮੇਰੇ ਯਾਦ ਆ ਗਈ ਕਿ ਅੰਮ੍ਰਿਤ ਵੇਲਾ ਸਾਂਭਣ ਵਾਲਾ ਬੜਾ ਜੀ, ਮਤਲਬ ਕਈ ਵਾਰੀ ਡਿਊਟੀਆਂ ਇਹੋ ਜਿਹੀਆਂ, 12-1 ਵਜੇ ਆਉਣਾ ਕੰਮ ਤੋਂ, 2 ਵਜੇ 3 ਵਜੇ ਆਉਣੇ ਆ, ਫਿਰ ਆ ਕੇ ਸੌਣਾ ਵੀ ਹੁੰਦਾ। ਦੇਖੋ ਇਹ ਜਿਹੜਾ ਸਿਸਟਮ ਆ ਨਾ, ਉਹਨੇ ਤੁਹਾਨੂੰ ਜਗਾ ਕੇ ਕੋਈ ਖੁਸ਼ ਨਹੀਂ ਹੋਣਾ, ਨਾ ਹੀ ਤੁਹਾਡੇ ਜਾਗਣ ਨਾਲ ਰੱਬ ਨੂੰ ਕੋਈ ਸੰਬੰਧ ਹੈ। ਅਸਲ ਗੱਲ ਇਹ ਆ ਕਿ ਤੁਹਾਡੇ ਚਿੱਤ ਦੇ ਵਿੱਚ ਨਾ ਇੱਕ ਬਕ-ਬਕ ਚੱਲਦੀ ਰਹਿੰਦੀ ਆਪਣੇ ਸਾਰਿਆਂ ਦੀ। ਉਹ ਨੋਰਮਲ ਚੀਜ਼ਾਂ ਦੀ ਨਹੀਂ ਹੋਣੀ ਚਾਹੀਦੀ, ਗੁਰੂ ਦੀ ਗੱਲ ਹੀ ਹੋਣੀ ਚਾਹੀਦੀ ਹੈ। ਇਸੇ ਕਰਕੇ 5ਵੇਂ ਪਾਤਸ਼ਾਹ ਨੇ ਸਿਧਾਂਤ ਦਿੱਤਾ ਸੀ ਕਿ ਜਦੋਂ ਸੌਣ ਲੱਗੋ ਤੁਸੀਂ ਉਦੋਂ ਬਾਣੀ ਪੜ੍ਹ ਕੇ ਸੌਵੋ, ਉਹਨੂੰ ਚੇਤੇ ਕਰਕੇ ਸੌਵੋ, ਤਾਂ ਕਿ ਇੱਕ ਇਹ ਵਿਗਿਆਨਕ ਆਧਾਰ ਹੈ ਕਿ ਸਾਡਾ ਮਨ ਜੇ ਸੌਂਦਿਆਂ ਜਿਹੜੀ ਚੀਜ਼ ਕਰ ਰਿਹਾ ਸੀ, ਕਈ ਵਾਰੀ ਐਸੀ ਕਿਰਪਾ ਹੋ ਜਾਂਦੀ ਹੈ ਤੇ ਉਹ ਨੀਂਦ 'ਚ ਵੀ ਕਰਦਾ ਰਹਿੰਦਾ।
ਉਹਨੂੰ ਫਿਰ ਸੁਪਨੇ ਵੀ ਉਹੋ ਜਿਹੇ ਆਉਂਦੇ ਆ। ਫਿਰ ਜੇ ਉਹ ਐਸਟਰਲ ਟਰੈਵਲ ਵੀ ਕਰਦਾ ਨਾ, ਉਹਦਾ ਸਰੀਰ ਸੂਖਮ ਸਰੀਰ ਯਾਤਰਾ ਵੀ ਕਰਦਾ, ਫਿਰ ਉਹ ਬਾਣੀ ਪੜ੍ਹਦਾ ਪੜ੍ਹਦਾ ਗਿਆ ਕਰਕੇ ਕਿਤੇ ਜਾਂ ਤਾਂ ਹਜ਼ੂਰ ਸਾਹਿਬ ਜਾ ਕੇ ਆਊ, ਜਾਂ ਕਿਸੇ ਸਰੋਵਰ 'ਤੇ ਜਾ ਕੇ ਆਊ, ਜਾਂ ਕਿਸੇ ਸੰਗਤ 'ਚ ਜਾ ਕੇ ਆਊ, ਭਟਕਦਾ ਨਹੀਂ, ਝਾੜੀਆਂ 'ਚ ਨਹੀਂ ਫਸਦਾ। ਤੇ ਜਦੋਂ ਸੂਖਮ ਸਰੀਰ ਦੇ 'ਚੋਂ ਨਿਕਲਦਾ ਨਾ, ਬਹੁਤ ਤਰ੍ਹਾਂ ਦੀਆਂ ਪਾਵਰਫੁੱਲ ਆਤਮਾਵਾਂ ਫਿਰਦੀਆਂ ਹੁੰਦੀਆਂ, ਗਲਤ ਵੀ ਠੀਕ ਵੀ। ਜਿਵੇਂ ਅੱਜ ਵੀ ਅਸੀਂ ਜਵਾਕ ਸਾਡਾ ਬਾਜ਼ਾਰ ਜਾਵੇ, ਜਿੱਥੇ ਉੱਥੇ ਵਧੀਆ ਲੋਕ ਨੇ, ਵਧੀਆ ਦੁਕਾਨਦਾਰ ਨੇ, ਵਧੀਆ ਸੱਜਣ ਲੋਕ ਨੇ, ਉੱਥੇ ਲੁੱਟਣ ਖੋਹਣ ਵਾਲੇ ਵੀ ਨੇ, ਚੋਰੀ ਕਰਨ ਵਾਲੇ ਵੀ ਨੇ, ਗੈਂਗਸਟਰ ਵੀ ਨੇ, ਉਹਨਾਂ ਤੋਂ ਵੀ ਬਚਣਾ। ਇਸ ਕਰਕੇ ਸਾਡਾ ਜਿਹੜਾ ਸੂਖਮ ਸਰੀਰ ਆ, ਉਹਦੀ ਰੱਖਿਆ ਉਹੋ ਜਿਹੇ ਸੂਖਮ ਸਰੀਰ ਕਰਦੇ ਆ ਜਦੋਂ ਅਸੀਂ ਬਾਣੀ ਪੜ੍ਹਦੇ ਪੜ੍ਹਦੇ ਸੌਂਦੇ ਹਾਂ। ਇੱਕ ਤਾਂ ਇਹ ਜਦੋਂ ਹੀ ਤੁਸੀਂ ਸੌਂਦੇ ਹੋ, ਤੁਸੀਂ ਉਹ ਚੱਕਰ 'ਚ ਨਾ ਪਾਓ ਕਿੰਨੇ ਵਜੇ ਸੌਂਦੇ ਹੋ, ਕੀ ਸੌਂਦੇ ਹੋ, ਸੌਣ ਵੇਲੇ ਤੋਂ ਸ਼ੁਰੂ ਕਰ ਲਓ। ਇੱਕ ਤਾਂ ਇਹ 5 ਮਿੰਟ ਤਾਂ ਜ਼ਰੂਰ ਅਧਿਆ ਕਰੋ ਕਿ ਆਉਂਦੇ ਜਾਂਦੇ ਸਵਾਸਾਂ ਦੇ ਦਰਸ਼ਨ ਕਰਦਿਆਂ, ਚਿੱਤ ਦੇ ਵਿੱਚ ਬਾਣੀ ਪੜ੍ਹਦੇ ਹਾਂ, ਮੂਲ ਮੰਤਰ ਕਰਦੇ ਹਾਂ, ਜਾਂ ਕੋਈ ਸ਼ਬਦ ਜਿਹੇ ਜਿਹਾ ਤੁਹਾਨੂੰ ਅੱਛਾ ਲੱਗਦਾ ਗੁਰਬਾਣੀ ਦਾ, ਉਹ ਅੰਦਰੇ ਅੰਦਰ ਧਿਆਉਂਦਿਆਂ ਤੁਸੀਂ ਸੌਣਾ ਹੈ। ਫਿਰ ਜਦੋਂ ਹੀ ਜਾਗ ਖੁੱਲ੍ਹ ਗਈ, ਉਹ ਤੁਹਾਡੇ ਲਈ ਅੰਮ੍ਰਿਤ ਵੇਲਾ। ਫਰੈਸ਼ ਹੋ ਕੇ ਉੱਠੇ, ਜਾਗ ਖੁੱਲ੍ਹੀ, ਉਹ ਤੁਹਾਡੇ ਲਈ ਅੰਮ੍ਰਿਤ ਵੇਲਾ। ਤੁਹਾਡਾ ਮਾਲਕ, ਤੁਹਾਡਾ ਪਵਨ ਗੁਰੂ ਤੁਹਾਡੇ ਨਾਲ ਹੈ, ਉਹ ਅੰਦਰ ਹੀ ਹੈ ਤੁਹਾਡੇ। ਗੱਲ ਤਾਂ ਹੈਗੀ ਅੰਦਰ ਵਸਾਉਣ ਦੀ। ਤੇ ਕਈ ਵਾਰ ਇੱਥੇ ਦੇਣੇ ਆ ਜਿਹੜੇ ਲੋਕ ਆ ਕੇ ਦੱਸਦੇ ਆ 20-20 30-30 ਸਾਲਾਂ ਤੋਂ ਅਸੀਂ ਜੇ ਇੰਨੇ ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਆਹ ਕਰਦੇ ਹਾਂ, ਪਰ ਉਹਨਾਂ ਦੀਆਂ ਤਿਉੜੀਆਂ ਤੋਂ, ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਜਿੰਨਾ ਕੁ ਹੰਕਾਰ ਇਹਨਾਂ ਨੂੰ ਹੋਇਆ ਪਿਆ ਵਿਚਾਰਿਆਂ ਨੂੰ, ਇਹ ਤਾਂ ਔਖਾ ਹੀ ਬਹੁਤ ਆ। ਪੱਲਿਆਂ ਜਾਣਾ ਚੀਜ਼ਾਂ ਫੜਨਗੇ, ਉਹਨੂੰ ਹੱਥ ਨਹੀਂ ਲਾਉਣਾ, ਉਹਨੂੰ ਨਹੀਂ ਲਾਉਣਾ, ਕਈ ਤਾਂ ਦੇਖ ਵੀ ਨਹੀਂ ਲੈਂਦੇ। ਫਿਰ ਐਂ ਲੱਗਦਾ ਉਹ ਵੀ ਇਹ ਸਮਝੇ ਕਿਉਂ ਨਹੀਂ ਗੱਲ ਨੂੰ। ਕਣ ਕਣ ਦੇ ਵਿੱਚ ਉਹਨੂੰ ਜਾਣਨਾ ਸੀ। ਇਹਨਾਂ ਨੇ ਤਾਂ ਗੁਰਸਥਾਨ ਵੀ ਐਂ ਕਰਤੇ ਕਿ ਇੱਥੇ ਖੜਨਾ, ਇੱਥੇ ਨਹੀਂ ਖੜਨਾ। ਜਾਣੀ ਉਹ ਮੇਨ ਗੱਲ ਤੋਂ ਜਦੋਂ ਬੰਦਾ ਖੁੰਝ ਜਾਂਦਾ ਨਾ, ਜਿਵੇਂ ਕਹਿੰਦੇ ਤਾਲੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ, ਜਦੋਂ ਉਹ ਮੇਨ ਗੱਲ ਦੀ ਸਮਝ ਨਹੀਂ ਆਉਂਦੀ, ਬੰਦਾ ਉਲਝਦਾ ਹੀ ਤੁਰਿਆ ਜਾਂਦਾ ਦਿਨੋਂ ਦਿਨ। ਆਹ ਨਹੀਂ ਕਰਨਾ, ਆਹ ਕਰਨਾ, ਆਹ ਨਹੀਂ ਖਾਣਾ, ਆਹ ਖਾਣਾ, ਆਹ ਨਹੀਂ ਕਹਿਣਾ। ਉਹ ਇੰਨਾ ਉਲਝ ਜਾਂਦਾ, ਉਹ ਮੇਨ ਗੱਲ ਕਰਨੋਂ ਹਟ ਜਾਂਦਾ। ਤੇ ਸਤਿਗੁਰ ਕਹਿੰਦੇ ਆ ਕਿ ਤੂੰ ਆਪਦੀ ਯਾਤਰਾ ਨਾ ਛੱਡ, ਉਹ ਮੇਨ ਕੰਮ ਕਰਦਾ ਰਹੇ। ਬਾਕੀ ਤੇਰਾ ਜੀਵਨ ਕੀ ਹੈ, ਉਹ ਕਰਤਾ ਜਾਣਦਾ ਹੀ ਹੈ। ਜਦੋਂ ਬਾਣੀ ਦੱਸੀ ਜਾਂਦੀ ਹੈ ਕਿ ਪਤਿੱਤਾਂ ਨੂੰ ਵੀ ਉਧਾਰ ਲੈਂਦਾ, ਉਹ ਪਤਿੱਤ ਪਾਵਨ ਹੈ, ਉਹ ਬਖਸ਼ਿੰਦਾ ਹੈ, ਫਿਰ ਕਿਉਂ ਡਰਨਾ ਇਹੋ ਜਿਹੀਆਂ ਗੱਲਾਂ ਤੋਂ, ਮੈਥੋਂ ਆਹ ਨਾ ਹੋ ਜੇ, ਮੈਥੋਂ ਆਹ ਨਾ ਹੋ ਜੇ। ਚੱਲਣ ਦਿਓ, ਪਰ ਸਮਾਂ ਖਰਾਬ ਨਾ ਕਰੋ। ਆਪਣੇ ਆਪੇ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਆਉਂਦੇ ਜਾਂਦੇ ਸਵਾਸਾਂ ਦਾ ਧਿਆਨ ਰੱਖੋ, ਪਵਨ ਗੁਰੂ ਦੇ ਚਰਨਾਂ ਦਾ ਧਿਆਨ ਰੱਖੋ, ਤਾਂ ਕਿ ਤੁਹਾਡਾ ਇਹ ਪੈਂਡਾ ਤੈਅ ਹੁੰਦਾ ਰਹੇ। ਇਹ ਇਲਬਲਾਵਾਂ ਹੌਲੀ ਹੌਲੀ ਟਲ ਜਾਂਦੀਆਂ ਹੁੰਦੀਆਂ, ਕੰਮ ਧੰਦਿਆਂ ਦਾ ਟਾਈਮ ਹੋਰ। ਫਿਰ ਜਿਵੇਂ ਜਿਵੇਂ ਤੁਹਾਡੇ ਕੋਲ ਸਮਾਂ ਮਿਲਦਾ ਰਹਿਣਾ, ਤੁਹਾਡੀ ਅੰਦਰੋਂ ਸਾਧਨਾ ਵੱਧਦੀ ਜਾਣੀ ਹੈ। ਤੇ ਨਹੀਂ ਤਾਂ ਜਦੋਂ ਬੰਦੇ ਜ਼ਿੰਦਗੀ 'ਚ ਫਿਰ ਵਿਹਲੇ ਵੀ ਹੋ ਜਾਂਦੇ ਆ ਨਾ, ਮਤਲਬ ਕੰਮਾਂ ਧੰਦਿਆਂ ਤੋਂ ਵਿਹਲੇ ਹੋ ਗਏ, ਜਵਾਕਾਂ ਨੇ ਕਬੀਲਦਾਰੀ ਸਾਂਭ ਲਈ, ਤੇ ਜੇ ਹੁਣ ਬਚਪਨ ਤੋਂ ਤਿਆਰੀ ਨਹੀਂ ਹੈ ਤਾਂ ਫਿਰ ਵਿਹਲੇ ਹੋ ਕੇ ਕੋਈ ਹਿਸਾਬ ਹੀ ਨਹੀਂ ਆਉਂਦਾ। ਸੌਰੀ, ਫਿਰ ਇਕੱਲੀ ਤਾਂ ਅਸੀਂ ਖੇਡਦੇ ਆ, ਫਿਰ ਹੋਰ ਨਹੀਂ ਕੁਛ ਕਰ ਸਕਦੇ, ਕਿਉਂਕਿ ਉਹ ਟਾਈਮ ਉਹ ਲਾਉਣ ਕਿਵੇਂ ਜਦੋਂ ਪਹਿਲਾਂ ਰਾਹ ਹੀ ਨਹੀਂ ਬਣਿਆ। ਇਹ ਰਾਹ ਵੀ ਬਣਾਉਣਾ, ਇਹ ਬਚਪਨ ਤੋਂ ਹੀ ਬਣਦਾ ਹੁੰਦਾ। 5 ਮਿੰਟ ਜ਼ਰੂਰ ਬੇਨਤੀ ਆ, ਕਿਸੇ ਕੌਮ ਦੇ ਹੋ ਤੁਸੀਂ, ਕਿਸੇ ਦੇਸ਼ ਦੇ ਹੋ, ਕਿਸੇ ਕਮਿਊਨਿਟੀ ਦੇ ਹੋ, ਇਹਦਾ ਕੋਈ ਸੰਬੰਧ ਨਹੀਂ, ਉਹ ਕਰਤਾ ਇੱਕੋ ਹੀ ਆ। ਉਹ ਸਵਾਸ ਤੁਹਾਡੇ ਵੀ ਉਹੀ ਆ, ਏੜਾ ਪਿੰਗਲਾ ਸੁਖਮਣਾ ਸਾਰਿਆਂ ਦੀ ਇੱਕੋ ਜਿਹੀ ਆ, ਦੋ ਨੇਤਰ ਸਭ ਦੇ, ਸਭ ਕੁਛ ਇੱਕੋ ਜਿਹਾ। ਇਹ ਬਾਹਰ ਦੇ ਨਾਂ, ਇਹ ਮਿੱਟੀ ਦੇ ਨਾਂ, ਨੂਰ ਉਹੀ ਆ। ਉਹ ਨੂਰ ਨੂੰ ਇਹ ਚਾਹੀਦਾ ਕਿ ਅੰਦਰ ਜਾਣ ਦਾ ਤਰੀਕਾ ਇੱਕੋ ਹੀ ਆ। ਆਪਣੇ ਸਵਾਸਾਂ ਦਾ ਸੰਗ, ਆਉਂਦੇ ਜਾਂਦੇ ਸਵਾਸਾਂ ਨੂੰ ਵੇਖਦੇ ਰਹੋ। ਸ਼ਾਂਤੀ, ਸਕੂਨ, ਸਹਿਜ, ਪਿਆਰ, ਇਹ ਤੁਹਾਡੇ ਨੇੜ ਆਉਂਦਾ ਜਾਣਾ। ਪ੍ਰਕਿਰਤੀ ਨੇ ਮਿਹਰ ਕਰਨੀ ਆ ਤੁਹਾਡੇ 'ਤੇ। ਸ਼ਾਂਤੀ, ਦਿਨੋਂ ਦਿਨ ਤੁਹਾਡੀ ਬੋਲ ਬਾਣੀ ਬਦਲ ਜਾਣੀ ਹੈ। ਹੋਸ਼ ਰਹਿਣ ਲੱਗ ਜਾਣਾ ਕਿ ਕੁਛ ਵੀ ਗਲਤ ਨਹੀਂ ਕਰ ਸਕੋਗੇ। ਬੜੀਆਂ ਰਹਿਮਤਾਂ, ਮਾਲਕ ਮਿਹਰ ਕਰੇ, ਕਿਰਪਾ ਰੱਖੇ, ਸਤਿਗੁਰੂ ਸੇਵਾ ਲੈਂਦਾ ਰਹਿਣ, ਸਤਿਗੁਰੂ ਕਿਰਪਾ ਕਰਨ। ਆਓ ਸਮਾਪਤੀ ਕਰੀਏ। ਦਾਸ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ, ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ। ਫਤਿਹ ਕਰਿਓ ਪ੍ਰਵਾਨ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।